मुझे थाम ले, तन में कुव्वत नहीं। शमूएल पतरस ने उन्हां नूं कहा, मैं तां मच्छियां फड़न जा ਰਿਹਾ ਹਾਂ। ਉਹਨਾਂ ਨੇ ਪਤਰਸ ਨੂੰ ਕਿਹਾ, ਅਸੀਂ ਵੀ ਤੇਰੇ ਨਾਲ ਚੱਲਦੇ ਹਾਂ। ਉਹ ਗਏ ਅਤੇ ਬੇੜੀ ਵਿੱਚ ਚੜ੍ਹੇ, ਪਰ ਉਸ ਰਾਤ ਉਹਨਾਂ ਕੁਝ ਨਾ ਫੜਿਆ। ਸਵੇਰਾ ਹੋ ਰਿਹਾ ਸੀ ਕਿ ਯਿਸੂ ਝੀਲ ਦੇ ਕੰਢੇ ਉੱਤੇ ਖੜੇ ਸਨ, ਪਰ ਚੇਲਿਆਂ ਨੇ ਉਹਨਾਂ ਨੂੰ ਨਾ ਪਛਾਣਿਆ। ਯਿਸੂ ਨੇ ਉਹਨਾਂ ਨੂੰ ਕਿਹਾ, ਬੱਚਿਓ, ਕੀ ਤੁਹਾਡੇ ਕੋਲ ਖਾਣ ਲਈ ਕੁਝ ਮੱਛੀਆਂ ਹਨ? ਉਹਨਾਂ ਨੇ ਉੱਤਰ ਦਿੱਤਾ, ਨਹੀਂ। ਯਿਸੂ ਨੇ ਚੇਲਿਆਂ ਨੂੰ ਕਿਹਾ, ਬੇੜੀ ਦੇ ਸੱਜੇ ਪਾਸੇ ਜਾਲ ਸੁੱਟੋ ਤਾਂ ਤੁਸੀਂ ਕੁਝ ਫੜੋਗੇ। ਉਹਨਾਂ ਨੇ ਜਾਲ ਸੁੱਟਿਆ ਤਾਂ ਉਸ ਵਿੱਚ ਬਹੁਤ ਸਾਰੀਆਂ ਮੱਛੀਆਂ ਫਸ ਗਈਆਂ, ਇੱਥੋਂ ਤੱਕ ਕਿ ਉਹ ਜਾਲ ਖਿੱਚ ਨਾ ਸਕੇ। ਫਿਰ ਉਹ ਚੇਲਾ, ਜਿਸ ਨੂੰ ਪਿਆਰ ਕਰਦੇ ਸਨ, ਪਤਰਸ ਨੂੰ ਬੋਲਿਆ, ਇਹ ਤਾਂ ਪ੍ਰਭੂ ਹਨ। ਜਦੋਂ ਪਤਰਸ ਨੇ ਸੁਣਿਆ ਕਿ ਇਹ ਪ੍ਰਭੂ ਹਨ ਤਾਂ ਉਸਨੇ ਆਪਣਾ ਪਰਨਾ ਲੱਕ ਦੁਆਲੇ ਬੰਨਿਆ, ਕਿਉਂਕਿ ਉਸਨੇ ਸਾਰੇ ਕੱਪੜੇ ਉਤਾਰ ਰੱਖੇ ਸਨ, ਅਤੇ ਝੀਲ ਵਿੱਚ ਛਾਲ ਮਾਰ ਦਿੱਤੀ। ਪਰ ਦੂਜੇ ਚੇਲੇ ਬੇੜੀ ਵਿੱਚ ਹੀ ਰਹਿ ਕੇ ਮੱਛੀਆਂ ਨਾਲ ਭਰੇ ਜਾਲ ਨੂੰ ਖਿੱਚਦੇ ਰਹੇ, ਕਿਉਂਕਿ ਉਹ ਕੰਢੇ ਤੋਂ ਅਧਿਕ ਦੂਰ ਨਹੀਂ ਸਨ, ਕਿਉਂਕਿ ਕੇਵਲ 200 ਮੀਟਰ ਦੀ ਦੂਰੀ ਤੇ ਸਨ। ਜਦੋਂ ਉਹ ਕੰਢੇ ਉੱਤੇ ਪਹੁੰਚੇ ਤਾਂ ਉਹਨਾਂ ਨੇ ਕੋਲਿਆਂ ਦੀ ਅੱਗ ਉੱਤੇ ਮੱਛੀ ਰੱਖੀ ਅਤੇ ਰੋਟੀ ਦੇਖੀ। ਯਿਸੂ ਨੇ ਉਹਨਾਂ ਨੂੰ ਆਖਿਆ, ਜਿਹੜੀਆਂ ਮੱਛੀਆਂ ਤੁਸੀਂ ਹੁਣੇ ਫੜੀਆਂ ਹਨ, ਉਹਨਾਂ ਵਿੱਚੋਂ ਕੁਝ ਲਿਆਓ। ਸ਼ਮੂਏਲ ਨੇ ਬੇੜੀ ਵਿੱਚ ਚੜ੍ਹ ਕੇ ਵੱਡੀਆਂ ਵੱਡੀਆਂ ਮੱਛੀਆਂ ਨਾਲ ਭਰਿਆ ਹੋਇਆ ਜਾਲ, ਜਿਨ੍ਹਾਂ ਦੀ ਗਿਣਤੀ 153 ਸੀ, ਕੰਢੇ ਉੱਤੇ ਖਿੱਚ ਕੇ ਲਿਆਂਦਾ। ਇੰਨੀਆਂ ਮੱਛੀਆਂ ਹੋਣ ਦੇ ਉੱਤੇ ਜਾਲ ਨਾ ਫਟਿਆ। ਯਿਸੂ ਨੇ ਚੇਲਿਆਂ ਨੂੰ ਕਿਹਾ, ਆਓ ਭੋਜਨ ਕਰੋ। ਚੇਲਿਆਂ ਵਿੱਚੋਂ ਕਿਸੇ ਨੂੰ ਹੌਸਲਾ ਨਾ ਪਿਆ ਕਿ ਯਿਸੂ ਨੂੰ ਪੁੱਛੇ, ਤੁਸੀਂ ਕੌਣ ਹੋ? ਕਿਉਂਕਿ ਉਹ ਜਾਣਦੇ ਸਨ ਕਿ ਉਹ ਪ੍ਰਭੂ ਹਨ। ਇਸ ਲਈ ਯਿਸੂ ਅੱਗੇ ਵਧੇ ਅਤੇ ਰੋਟੀ ਲੈ ਕੇ ਉਹਨਾਂ ਨੂੰ ਦਿੱਤੀ। ਇਸੇ ਤਰ੍ਹਾਂ ਮੱਛੀ ਵੀ। ਮੁਰਦਿਆਂ ਵਿੱਚੋਂ ਜੀ ਉੱਠਣ ਦੇ ਪਿੱਛੋਂ ਇਹ ਤੀਜੀ ਵਾਰ ਸੀ ਕਿ ਯਿਸੂ ਚੇਲਿਆਂ ਨੂੰ ਦਰਸ਼ਨ ਦਿੱਤੇ। ਪ੍ਰਭੂ ਦੇ ਵਚਨ ਪੜ੍ਹੇ ਤੇ ਸੁਣੇ ਜਾਣ ਤੇ ਸਭ ਨੂੰ ਬਰਕਤ ਮਿਲੇ। ਧੰਨਵਾਦ। ਇੱਕ ਵਾਰ ਫਿਰ ਪ੍ਰਭੂ ਦੇ ਘਰ ਦੇ ਵਿੱਚ ਆਪ ਸਭ ਦਾ ਸਵਾਗਤ ਕਰਦੇ ਹਾਂ। ਇਸ ਵੇਲੇ ਸਾਡੇ ਨਾਲ ਕੁਝ ਭੈਣ ਭਰਾ ਇੰਡੀਆ ਤੋਂ ਵੀ ਆ, ਫਰੀਦਕੋਟ ਤੋਂ, ਕੁਝ ਭੈਣ ਭਰਾ ਇੰਗਲੈਂਡ ਤੋਂ ਵੀ ਆ, ਔਰ BC ਤੋਂ ਆ। ਪ੍ਰਭੂ ਦਾ ਆਪ ਸਭ ਦੇ ਲਈ ਧੰਨਵਾਦ ਕਰਦੇ ਹਾਂ। ਔਰ ਮੈਂ ਆਪ ਸਭ ਨੂੰ ਇਹ ਵੀ ਯਾਦ ਕਰਾਉਣਾ ਚਾਹੁੰਦਾ ਕਿ ਪ੍ਰਭੂ ਦੇ ਕਲਾਮ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਤੁਸੀਂ ਪ੍ਰਭੂ ਦੇ ਚੁਣੇ ਹੋਏ ਖਾਸ ਲੋਕ ਹੋ, ਔਰ ਪ੍ਰਭੂ ਤੁਹਾਨੂੰ ਪਿਆਰ ਕਰਦਾ। ਔਰ ਇਸ ਵੇਲੇ ਜ਼ਬੂਰ 65 ਉਸ ਦੇ ਵਿੱਚ ਲਿਖਿਆ, ਧੰਨ ਉਹ ਮਨੁੱਖ ਹੈ ਜਿਸ ਨੂੰ ਤੂੰ ਚੁਣਦਾ ਅਤੇ ਆਪਣੇ ਨੇੜੇ ਆਉਣ ਦਿੰਦਾ ਹੈ, ਕਿ ਉਹ ਤੇਰੇ ਘਰ ਵਿੱਚ ਰਹਿ ਸਕੇ ਅਤੇ ਤੇਰੇ ਘਰ ਦੀ ਭਲਾਈ ਅਤੇ ਤੇਰੇ ਪਵਿੱਤਰ ਮੰਦਿਰ ਤੋਂ ਤ੍ਰਿਪਤ ਹੋਵਾਂਗੀ। ਔਰ ਇਸੇ ਤਰ੍ਹਾਂ ਜਿਹੜਾ ਜਸਾਇਆ ਦਾ 43ਵਾਂ ਭਾਵ, ਉਸ ਦੇ ਵਿੱਚ ਅਸੀਂ ਦੇਖਦੇ ਹਾਂ, ਹੇ ਇਜ਼ਰਾਇਲ, ਤੇਰਾ ਰਚਨਹਾਰਾ ਪ੍ਰਭੂ ਇਸ ਤਰ੍ਹਾਂ ਕਹਿੰਦਾ ਹੈ, ਤੂੰ ਡਰ ਨਾ, ਮੈਂ ਤੇਰਾ ਬਚਾਅ ਕਰਾਂਗਾ। ਮੈਂ ਤੇਰਾ ਨਾਮ ਲੈ ਕੇ ਸੱਦਿਆ ਹੈ, ਕਿਉਂਕਿ ਤੂੰ ਮੇਰਾ ਹੈ। ਖੁਦਾਵੰਦ ਦੇ ਵਚਨ 'ਚ ਅਸੀਂ ਦੇਖਦੇ ਹਾਂ ਕਿ ਪ੍ਰਭੂ ਦਾ ਕਲਾਮ ਸਾਨੂੰ ਦੱਸਦਾ ਕਿ ਉਸਨੇ ਸਾਡਾ ਨਾਮ ਲੈ ਕੇ ਸਾਨੂੰ ਬੁਲਾਇਆ, ਉਸਨੇ ਸਾਨੂੰ ਆਪਣੇ ਬਣਾਇਆ, ਔਰ ਅਸੀਂ ਉਸਦੇ ਖਾਸ ਚੁਣੇ ਹੋਏ ਲੋਕ ਹਾਂ। ਔਰ ਪਰਮੇਸ਼ਵਰ ਨੇ ਸਮੇਂ-ਸਮੇਂ ਤੇ ਆਪਣੇ ਲੋਕਾਂ ਨੂੰ ਖਾਸ ਉਦੇਸ਼ ਦੇ ਲਈ ਚੁਣਿਆ। ਔਰ ਜੋ ਵਚਨ ਦਾ ਅਸੀਂ ਹਿੱਸਾ ਦੇਖਿਆ, ਅਸੀਂ ਇਸ ਵਿੱਚ ਦੇਖਦੇ ਹਾਂ ਕਿ 12 ਡਿਸਾਈਪਲ ਜਿਹੜੇ ਸੀਗੇ, ਪ੍ਰਭੂ ਨੇ ਉਹਨਾਂ ਨੂੰ ਇੱਕ ਖਾਸ ਉਦੇਸ਼ ਦੇ ਲਈ ਚੁਣਿਆ ਸੀਗਾ। ਉਹਨਾਂ ਨੂੰ ਪ੍ਰਭੂ ਨੇ ਤਾਕਤ ਦਿੱਤੀ ਸੀ, ਉਹਨਾਂ ਦੇ ਨਾਲ ਰਹਿਣ ਦਾ ਪ੍ਰੋਮਿਸ ਕੀਤਾ ਸੀ ਕਿ ਮੈਂ ਹਮੇਸ਼ਾ ਤੁਹਾਡੇ ਨਾਲ ਰਹਾਂਗਾ। ਔਰ ਅਸੀਂ ਇਹ ਵੀ ਦੇਖਦੇ ਹਾਂ ਵਚਨ ਦੇ ਵਿੱਚੋਂ, ਪਿੱਛੇ ਅਸੀਂ 2 ਹਫ਼ਤਿਆਂ ਵਿੱਚ ਦੇਖਿਆ ਕਿ ਜਿਸ ਵੇਲੇ ਪ੍ਰਭੂ ਯਿਸੂ ਮਸੀਹ ਨੂੰ ਸਲੀਬ ਦਿੱਤੀ ਗਈ, ਗਸਮਨੀ ਦੇ ਬਾਗ ਦੇ ਵਿੱਚ ਪ੍ਰਭੂ ਨੂੰ ਫੜ ਕੇ ਲੈ ਕੇ ਜਾਇਆ ਗਿਆ, ਤਾਂ ਚੇਲੇ ਜਿਹੜੇ ਸੀ ਉਹ ਸਾਰੇ ਛੱਡ ਕੇ ਪ੍ਰਭੂ ਨੂੰ ਭੱਜ ਗਏ ਸੀਗੇ। ਔਰ ਮੁਰਦਿਆਂ ਵਿੱਚੋਂ ਜੀ ਉੱਠਣ ਤੋਂ ਬਾਅਦ ਜਦੋਂ ਪ੍ਰਭੂ ਨੇ ਦਰਸ਼ਨ ਦਿੱਤੇ ਤਾਂ ਇੱਕ ਤਰੀਕੇ ਨਾਲ ਜਿਹੜੇ ਚੇਲੇ ਸੀ ਉਹ ਬੜੇ ਉਦਾਸ ਸੀਗੇ। ਉਹ
ਜਿਹੜਾ ਉਹਨਾਂ ਦਾ ਵਿਸ਼ਵਾਸ ਜਿਹੜਾ ਸੀਗਾ ਪ੍ਰਭੂ ਨੇ ਜੋ ਉਹਨਾਂ ਤੋਂ ਸੋਚਿਆ ਸੀ, ਉਹਨਾਂ ਨੂੰ ਮਹਿਸੂਸ ਹੋ ਰਿਹਾ ਸੀ ਕਿ ਅਸੀਂ ਪੂਰੇ ਨਹੀਂ ਉਤਰੇ। ਪਤਰਸ ਨੇ ਕਿਹਾ ਸੀ, ਪ੍ਰਭੂ ਜੀ ਬੇਸ਼ੱਕ ਇਹ ਭਾਵੇਂ ਤੈਨੂੰ ਛੱਡ ਦੇਣ, ਪਰ ਮੈਂ ਨਹੀਂ ਛੱਡਾਂਗਾ। ਤੇ ਪ੍ਰਭੂ ਨੇ ਪਹਿਲਾਂ ਹੀ ਦੱਸ ਦਿੱਤਾ ਸੀਗਾ ਕਿ ਕੁੱਕੜ ਦੇ ਬਾਂਗ ਦੇਣ ਤੋਂ ਪਹਿਲਾਂ ਤੂੰ 3 ਵਾਰ ਮੇਰਾ ਜਿਹੜਾ ਹੈਗਾ ਇਨਕਾਰ ਕਰੇਗਾ। ਪ੍ਰਭੂ ਸਾਨੂੰ ਸਭ ਨੂੰ ਚੁਣਨ ਤੋਂ ਪਹਿਲਾਂ ਜਾਣਦਾ ਕਿ ਕਿੱਥੇ ਅਸੀਂ ਪ੍ਰਭੂ ਦੇ ਲਈ ਖੜਾਂਗੇ, ਕਿੱਥੇ ਅਸੀਂ ਪ੍ਰਭੂ ਦੇ ਲਈ ਨਹੀਂ ਖੜ ਸਕਾਂਗੇ, ਕਿੱਥੇ ਅਸੀਂ ਕਮਜ਼ੋਰ ਹਾਂ। ਪ੍ਰਭੂ ਨੇ ਪਤਰਸ ਨੂੰ ਇਹ ਸਾਰੀਆਂ ਗੱਲਾਂ ਜਿਹੜੀਆਂ ਸੀਗੀਆਂ ਉਹ ਪਹਿਲੇ ਹੀ ਦੱਸ ਦਿੱਤੀਆਂ ਸੀਗੀਆਂ। ਔਰ ਅਸੀਂ ਪਿਛਲੇ ਹਫ਼ਤਿਆਂ 'ਚ ਇਹ ਵੀ ਦੇਖਦੇ ਸੀਗੇ ਕਿ ਪ੍ਰਭੂ ਨੇ ਆਪਣੇ ਚੇਲਿਆਂ ਨੂੰ ਦਰਸ਼ਨ ਦਿੱਤਾ, ਉਹਨਾਂ ਨੂੰ ਗਾਈਡ ਕੀਤਾ, ਵਾਪਸ ਲੈ ਕੇ ਆਇਆ। ਔਰ ਫਿਰ ਪ੍ਰਭੂ ਨੇ ਚੇਲਿਆਂ ਨੂੰ ਵੀ ਇਕੱਠਿਆਂ ਨੂੰ 2 ਵਾਰ ਦਰਸ਼ਨ ਦਿੱਤਾ, ਜਿਨ੍ਹਾਂ ਦੇ ਵਿੱਚ ਇੱਕ ਵਾਰ ਥੋਮਾ ਸੀਗਾ ਔਰ ਦੂਸਰੀ ਵਾਰੀ ਥੋਮਾ ਜਿਹੜਾ ਪਹਿਲੀ ਵਾਰ ਨਹੀਂ ਸੀਗਾ ਔਰ ਦੂਸਰੀ ਵਾਰ ਥੋਮਾ ਉਹਨਾਂ ਦੇ ਨਾਲ ਸੀਗਾ। ਤਾਂ ਇਸ ਵੇਲੇ ਮੈਂ ਚਾਹੂੰਗਾ ਕਿ ਤੁਸੀਂ ਮੇਰੇ ਨਾਲ ਵਚਨ ਦਾ ਥੋੜਾ ਜਿਹਾ ਹਿੱਸਾ ਮੈਥਿਊ 26, ਮੈਥਿਊ ਚੈਪਟਰ 26 ਉਸਦੀ 31 ਐਂਡ 32 ਵਰਸ, ਪ੍ਰਭੂ ਦੇ ਵਚਨ ਦੇ ਵਿੱਚੋਂ ਮੱਤੀ 26 ਉਸਦੀ 31 ਅਤੇ 32 ਆਇਤ ਮੇਰੇ ਨਾਲ ਦੇਖੋ। ਫਿਰ ਯਿਸੂ ਨੇ ਚੇਲਿਆਂ ਨੂੰ ਕਿਹਾ, ਅੱਜ ਦੀ ਰਾਤ ਨੂੰ ਹੀ ਤੁਸੀਂ ਸਭ ਮੈਨੂੰ ਛੱਡ ਜਾਓਗੇ, ਕਿਉਂਕਿ ਧਰਮ ਗ੍ਰੰਥ ਵਿੱਚ ਇਸ ਬਾਰੇ ਲਿਖਿਆ ਹੈ, ਮੈਂ ਚਰਵਾਹੇ ਨੂੰ ਮਾਰਾਂਗਾ ਅਤੇ ਇੱਜੜ ਦੀਆਂ ਭੇਡਾਂ ਤਿੱਤਰ ਬਿੱਤਰ ਹੋ ਜਾਣਗੀਆਂ। 32 ਆਇਤ ਵਿੱਚ ਲਿਖਿਆ, ਪਰ ਮੁਰਦਿਆਂ ਵਿੱਚੋਂ ਜੀ ਉੱਠਣ ਦੇ ਪਿੱਛੋਂ ਮੈਂ ਤੁਹਾਡੇ ਅੱਗੇ ਗਲੀਲ ਨੂੰ ਜਾਵਾਂਗਾ। ਔਰ ਫਿਰ ਅਸੀਂ ਮੱਤੀ ਦੀ 28ਵਾਂ ਭਾਵ ਉਹਦੀ 7 ਆਇਤ ਵਿੱਚ ਦੇਖਦੇ ਹਾਂ ਕਿ ਜੋ ਚੀਜ਼ ਪ੍ਰਭੂ ਨੇ ਚੇਲਿਆਂ ਨੂੰ ਦੱਸੀ ਸੀਗੀ ਔਰ ਸੇਮ ਚੀਜ਼ ਜਿਹੜੀ ਆ ਉਹ ਫਰਿਸ਼ਤੇ ਜਿਹੜੇ ਆ ਉਹ ਯਾਦ ਕਰਾ ਰਹੇ ਨੇ ਕਿ ਜਾ ਕੇ ਚੇਲਿਆਂ ਨੂੰ ਇਹ ਸੰਦੇਸ਼ ਦੇਵੋ। ਮੈਥਿਊ 28 ਵਰਸ 7, ਹੁਣ ਤੁਰੰਤ ਜਾਓ ਅਤੇ ਉਹਨਾਂ ਚੇਲਿਆਂ ਨੂੰ ਇਹ ਸਭ ਸਮਾਚਾਰ ਦੇਵੋ ਕਿ ਉਹ ਮੁਰਦਿਆਂ ਵਿੱਚੋਂ ਜੀ ਉੱਠੇ ਹਨ, ਉਹ ਤੁਹਾਡੇ ਅੱਗੇ ਗਲੀਲ ਨੂੰ ਜਾ ਰਹੇ ਹਨ, ਤੁਸੀਂ ਉਹਨਾਂ ਦੇ ਉੱਥੇ ਦਰਸ਼ਨ ਕਰੋਗੇ। ਯਾਦ ਰੱਖੋ, ਮੈਂ ਤੁਹਾਨੂੰ ਇਹ ਦੱਸ ਦਿੱਤਾ ਹੈ। ਜਿਸ ਵੇਲੇ ਔਰਤਾਂ ਕਬਰ ਦੇ ਉੱਪਰ ਗਈਆਂ ਤਾਂ ਉਹਨਾਂ ਨੂੰ ਇਹ ਸੁਨੇਹਾ ਜਿਹੜਾ ਸੀਗਾ ਫਰਿਸ਼ਤਿਆਂ ਨੇ ਦਿੱਤਾ ਕਿ ਜਾ ਕੇ ਤੁਸੀਂ ਇਹ ਖਬਰ ਜਿਹੜੀ ਆ, ਇਹ ਗੱਲ ਆ ਚੇਲਿਆਂ ਨੂੰ ਦੱਸੋ। ਔਰ ਫॉर श्योर ਜਿਹੜੀ ਆ ਇਹ ਖਬਰ ਉਹਨਾਂ ਭੈਣਾਂ ਨੇ ਚੇਲਿਆਂ ਨੂੰ ਦੱਸੀ ਔਰ ਚੇਲਿਆਂ ਨੇ ਫਿਰ ਵੀ ਵਿਸ਼ਵਾਸ ਨਹੀਂ ਕੀਤਾ। ਔਰ ਫਿਰ ਉਹਨਾਂ ਵਿੱਚੋਂ ਹੀ ਅਸੀਂ 10ਵੀਂ ਆਇਤ ਵਿੱਚ ਦੇਖਦੇ ਹਾਂ ਕਿ ਜਦੋਂ ਉਹ ਔਰਤਾਂ ਯਿਸੂ ਮਸੀਹ ਕੋਲੇ ਆਈਆਂ ਤਦ ਯਿਸੂ ਨੇ ਉਹਨਾਂ ਨੂੰ ਕਿਹਾ, ਡਰੋ ਨਹੀਂ, ਜਾਓ ਅਤੇ ਮੇਰੇ ਭਰਾਵਾਂ ਨੂੰ ਕਹੋ ਕਿ ਉਹ ਗਲੀਲ ਨੂੰ ਜਾਣ, ਉਹ ਉੱਥੇ ਮੇਰਾ ਦਰਸ਼ਨ ਕਰਨਗੇ। ਸੋ ਅਸੀਂ ਵਚਨ ਦੇ ਵਿੱਚ ਦੇਖਦੇ ਹਾਂ ਕਿ ਪ੍ਰਭੂ ਨੇ ਬੜੀ ਕਲੈਰਿਟੀ ਦੇ ਨਾਲ ਉਹਨਾਂ ਨੂੰ ਪਹਿਲਾਂ ਵੀ ਦੱਸਿਆ, ਫਰਿਸ਼ਤਿਆਂ ਨੇ ਵੀ ਦੱਸਿਆ, ਔਰ ਫਿਰ ਪ੍ਰਭੂ ਨੇ ਔਰਤਾਂ ਨੂੰ ਕਿਹਾ ਕਿ ਖਾਸ ਤੌਰ ਤੇ ਉਹਨਾਂ ਨੂੰ ਇਹ ਮੈਸੇਜ ਦਿਓ ਕਿ ਉਹ ਗਲੀਲ ਨੂੰ ਜਦੋਂ ਜਾਣਗੇ ਤਾਂ ਮੈਂ ਉਹਨਾਂ ਨੂੰ ਉੱਥੇ ਮਿਲਾਂਗਾ। ਔਰ ਫਾਈਨਲੀ ਜੋ ਅੱਜ ਅਸੀਂ ਵਚਨ ਦਾ ਹਿੱਸਾ ਪੜ੍ਹਿਆ ਸੀ, ਦੇਖਿਆ ਕਿ ਉਹ ਗਲੀਲ ਦੇ ਵਿੱਚ ਜਿਹੜੇ ਆ ਉਹ ਪਹੁੰਚ ਗਏ ਆ ਜਿੱਥੇ ਪ੍ਰਭੂ ਨੇ ਕਿਹਾ ਸੀ। ਔਰ ਇਟ ਟੇਕਸ ਅਬਾਊਟ ਮੋਰ ਦੈਨ 2 ਵੀਕਸ, ਕਿਉਂਕਿ ਅਸੀਂ ਦੇਖਦੇ ਹਾਂ ਪਹਿਲੇ ਸੰਡੇ ਜਦੋਂ ਪ੍ਰਭੂ ਯਿਸੂ ਮਸੀਹ ਨੇ ਚੇਲਿਆਂ ਨੂੰ ਦਰਸ਼ਨ ਦਿੱਤੇ ਤਾਂ ਥੋਮਾ ਉਹਨਾਂ ਨਾਲ ਨਹੀਂ ਸੀ। ਫਿਰ ਅਗਲੇ ਸੰਡੇ ਜਦੋਂ ਪ੍ਰਭੂ ਨੇ ਦਰਸ਼ਨ ਦਿੱਤੇ ਤਾਂ ਥੋਮਾ ਵੀ ਉੱਥੇ ਸੀ। ਔਰ ਉਸ ਤੋਂ ਬਾਅਦ ਅਸੀਂ ਵਚਨ ਦੇ ਵਿੱਚ ਦੇਖਿਆ ਕਿ ਇਹ ਤੀਸਰੀ ਵਾਰ ਸੀਗੀ ਜਦੋਂ ਪ੍ਰਭੂ ਨੇ ਆਪਣੇ ਚੇਲਿਆਂ ਨੂੰ ਦਰਸ਼ਨ ਦਿੱਤੇ ਸੀਗੇ। ਸੋ ਪ੍ਰਭੂ ਨੇ ਉਹਨਾਂ ਨੂੰ ਆਖਿਆ ਸੀ ਕਿ ਗਲੀਲ ਦੇ ਵਿੱਚ ਮਿਲਣਾ। ਔਰ ਅਗਰ ਅਸੀਂ ਮੱਤੀ 28 ਦੀ 16 ਆਇਤ ਵਿੱਚ ਵੀ ਦੇਖਦੇ ਹਾਂ ਤਾਂ ਉਹਦੇ ਵਿੱਚ ਲਿਖਿਆ ਕਿ 11 ਚੇਲੇ ਗਲੀਲ ਦੇ ਉਸ ਪਹਾੜ ਤੇ ਗਏ ਜਿੱਥੇ ਉਹਨਾਂ ਨੂੰ ਯਿਸੂ ਨੇ ਜਾਣ ਦੀ ਆਗਿਆ ਦਿੱਤੀ ਸੀ। ਗਲੀਲ ਦੇ ਵਿੱਚ ਵੀ ਪ੍ਰਭੂ ਨੇ ਉਹਨਾਂ ਨੂੰ ਇੱਕ ਪਹਾੜ ਦੇ ਉੱਪਰ ਮਿਲਣ ਦੇ ਲਈ ਕਿਹਾ ਸੀ, ਪਰ ਇਸ ਵੇਲੇ ਚੇਲੇ ਜਿਹੜੇ ਹੈਗੇ ਆ ਉਹ ਪਹਾੜ ਦੇ ਉੱਪਰ ਨਹੀਂ ਹੈਗੇ, ਉਹ ਮੱਛੀਆਂ ਫੜ ਰਹੇ ਆ ਉਹ ਝੀਲ ਦੇ ਉੱਪਰ। ਗਲੀਲ ਦੀ ਝੀਲ ਜਿਹੜੇ ਇਸ ਵੇਲੇ ਹੋਲੀ ਲੈਂਡ ਜਾ ਕੇ ਆਏ ਆ ਉਹਨਾਂ ਦੀਆਂ ਅੱਖਾਂ ਦੇ ਅੱਗੇ ਉਹ ਸਾਰੀ ਗਲੀਲ ਦੀ ਝੀਲ ਆ ਗਈ ਹੋਣੀ ਆ। ਬੋਟ ਦੇ ਵਿੱਚ ਅਸੀਂ ਬੈਠੇ ਸੀ ਔਰ ਅਸੀਂ ਪ੍ਰਭੂ ਦੀ ਪ੍ਰੇਜ਼ ਕਰ ਰਹੇ ਸੀ, ਵਰਸ਼ਿਪ ਕਰ ਰਹੇ ਸੀ। ਔਰ ਇਟਸ ਅ ਬਲੈਸਿੰਗ ਟੂ ਬੀ ਇਨ ਦਾ ਹੋਲੀ ਲੈਂਡ ਕਿ ਅਸੀਂ ਇਸ ਵੇਲੇ ਜਦੋਂ ਵਚਨ ਨੂੰ ਪੜ੍ਹਦੇ ਹਾਂ ਤੇ ਸਾਡੀਆਂ ਅੱਖਾਂ ਦੇ ਅੱਗੇ ਉਹ ਸਾਰਾ ਜਿਹੜਾ ਨਜ਼ਾਰਾ ਉਸੇ ਤਰ੍ਹਾਂ ਆ ਜਾਂਦਾ ਕਿ ਗਲੀਲ ਦੀ ਝੀਲ ਜਿਹੜੀ ਆ ਉਹ ਕਿਸ ਤਰ੍ਹਾਂ ਲੱਗਦੀ ਹੈ ਔਰ ਉੱਥੇ ਕੀ ਹੋਇਆ ਹੋਣਾ। ਸੋ ਇਸ ਵੇਲੇ ਵੀ ਮੈਂ ਦੱਸਿਆ ਕਿ ਚੇਲੇ ਜਿਹੜੇ ਹੈਗੇ ਆ ਜਿਸ ਜਗ੍ਹਾ ਦੇ ਉੱਪਰ ਪ੍ਰਭੂ ਨੇ ਕਿਹਾ ਸੀ ਉਸ ਜਗ੍ਹਾ ਦੇ ਉੱਪਰ
ਨਹੀਂ ਹੈਗੀ। ਪਰ ਜਿਹੜਾ ਅੱਜ ਦੇ ਵਚਨ ਦਾ ਟਾਈਟਲ ਹੈਗਾ ਉਹ ਹੈਗਾ ਜਿਉਂਦਾ ਪ੍ਰਭੂ ਅਤੇ ਉਸਦੇ ਚੁਣੇ ਹੋਏ ਲੋਕ। ਸਾਡਾ ਪਰਮੇਸ਼ਵਰ ਜਿਉਂਦਾ, ਹਰ ਸਮੇਂ ਮੌਜੂਦ ਆ। ਉਸ ਦਾ ਵਾਅਦਾ, ਮੈਂ ਹਮੇਸ਼ਾ ਤੁਹਾਡੇ ਨਾਲ ਰਹਾਂਗਾ। ਔਰ ਉਸਦੇ ਚੁਣੇ ਹੋਏ ਲੋਕ ਜਿਹੜੇ ਆ, ਅੱਜ ਅਸੀਂ ਉਸ ਵੇਲੇ ਚੇਲੇ, ਪ੍ਰਭੂ ਪਹਿਲਾਂ ਵੀ ਆਪਣੇ ਬੱਚਿਆਂ ਦੇ ਨਾਲ ਸੀ, ਉਹਨਾਂ ਦੇ ਚੇਲਿਆਂ ਦੇ ਨਾਲ ਵੀ ਸੀ, ਔਰ ਅੱਜ ਉਹ ਸਾਡੇ ਨਾਲ ਵੀ ਉਸੇ ਤਰ੍ਹਾਂ ਪ੍ਰਭੂ ਹੈਗਾ। ਸੋ ਜਿਉਂਦਾ ਪ੍ਰਭੂ ਤੇ ਉਸਦੇ ਲੋਕ, ਜਦੋਂ ਅਸੀਂ 21 ਚੈਪਟਰ ਦੀ 1 ਤੇ 2 ਆਇਤ ਦੇਖਦੇ ਹਾਂ ਤਾਂ ਅਸੀਂ ਇਹਦੇ ਵਿੱਚ ਦੇਖਦੇ ਹਾਂ, ਇਸ ਦੇ ਪਿੱਛੋਂ ਤਬਰਿਆਸ ਦੀ ਝੀਲ ਦੇ ਕੰਢੇ ਉੱਤੇ ਯਿਸੂ ਨੇ ਫਿਰ ਆਪਣੇ ਆਪ ਨੂੰ ਚੇਲਿਆਂ ਉੱਤੇ ਪ੍ਰਗਟ ਕੀਤਾ। ਤਬਰਿਆਸ ਦੀ ਝੀਲ ਜਿਹੜੀ ਹੈਗੀ ਅਸਲ ਦੇ ਵਿੱਚ ਗਲੀਲ ਦੀ ਝੀਲ ਦਾ ਹੀ ਨਾਮ ਹੈਗਾ। ਔਰ ਉਹ ਕਹਿੰਦੇ ਕਿ ਪ੍ਰਭੂ ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ, ਆਪਣੇ ਆਪ ਨੂੰ ਆਪਣੇ ਚੇਲਿਆਂ ਉੱਪਰ ਪ੍ਰਗਟ ਕੀਤਾ। ਸੋ ਅਗਰ ਅਸੀਂ ਸਾਰੇ ਇਨਸੀਡੈਂਟ ਦੇਖੀਏ ਜਦੋਂ ਪ੍ਰਭੂ ਨੇ ਆਪਣੇ ਆਪ ਨੂੰ ਰਿਵੀਲ ਕੀਤਾ, ਤਾਂ ਕੋਈ ਐਸਾ ਮੌਕਾ ਨਹੀਂ ਦੇਖਦੇ ਜਿੱਥੇ ਲੋਕਾਂ ਨੇ ਦੇਖ ਕੇ ਪ੍ਰਭੂ ਨੂੰ ਪਹਿਚਾਣਿਆ। ਪ੍ਰਭੂ ਨੇ ਆਪ ਆਪਣਾ ਆਪ ਉਹਨਾਂ ਦੇ ਉੱਪਰ ਰਿਵੀਲ ਕੀਤਾ। ਅਸੀਂ ਦੇਖਦੇ ਹਾਂ ਮੁਰਦਿਆਂ ਦੇ ਵਿੱਚੋਂ ਜੀ ਉੱਠਣ ਤੋਂ ਬਾਅਦ। ਔਰ ਉਹ ਜਿਹੜੀ ਬਾਡੀ ਸੀਗੀ, ਐਸੀ ਬਾਡੀ ਸੀਗੀ ਕਿ ਤੁਸੀਂ ਦੇਖਿਆ ਕਿ ਬੰਦ ਦਰਵਾਜ਼ਿਆਂ ਦੇ ਵਿੱਚ ਦੀ ਵੀ ਪ੍ਰਭੂ ਜਿੱਦਾਂ ਚਲੇ ਜਾਂਦੇ ਸੀ। ਔਰ ਪ੍ਰਭੂ ਜਦੋਂ ਚਾਹੁੰਦੇ ਸੀ ਆਪਣਾ ਆਪ ਉਹਨਾਂ ਉੱਪਰ ਰਿਵੀਲ ਕਰਦੇ ਸੀ। ਅਦਰਵਾਈਜ਼ ਉਹ ਚੇਲਿਆਂ ਨਾਲ ਤੁਰੇ ਜਾਂਦੇ ਆ। ਕੁਛ ਲੋਕ ਕਹਿੰਦੇ ਕਿ ਪ੍ਰਭੂ ਕੰਢੇ ਤੇ ਸੀ, ਦੂਰ ਸੀ, ਪਰ ਜਦੋਂ ਨਾਲ ਵੀ ਬੈਠੇ ਸੀ, ਅਸੀਂ ਵਚਨ 'ਚ ਦੇਖਦੇ ਹਾਂ ਕਿ ਉਦੋਂ ਵੀ ਚੇਲਿਆਂ ਨੂੰ ਹਿੰਮਤ ਨਹੀਂ ਪਈ ਕਿ ਉਹ ਪੁੱਛਣ ਕਿ ਇਹ ਪ੍ਰਭੂ ਆ, ਕਿਉਂਕਿ ਉਹ ਜਾਣਦੇ ਸੀ ਕਿ ਇਹ ਪ੍ਰਭੂ ਆ। ਸੋ ਉਹ ਆਪਣਾ ਆਪ ਜਿੱਦਾਂ ਸੀ ਉਹ ਚੇਲਿਆਂ ਦੇ ਉੱਪਰ ਰਿਵੀਲ ਕਰਦੇ ਹੁੰਦੇ ਸੀਗੇ ਕਿ ਬਈ ਜਿਸ ਵੇਲੇ। ਔਰ ਫਿਰ ਅਸੀਂ ਜਦੋਂ ਤੀਸਰੀ ਆਇਤ ਵਿੱਚ ਦੇਖਦੇ ਹਾਂ ਤੇ ਸ਼ਮੂਏਲ ਪਤਰਸ ਨੇ ਉਹਨਾਂ ਨੂੰ ਕਿਹਾ, ਮੈਂ ਤਾਂ ਮੱਛੀਆਂ ਫੜਨ ਜਾ ਰਿਹਾ ਹਾਂ। ਉਹਨਾਂ ਨੇ ਪਤਰਸ ਨੂੰ ਕਿਹਾ, ਅਸੀਂ ਵੀ ਤੇਰੇ ਨਾਲ ਚੱਲਦੇ ਹਾਂ। ਉਹ ਗਏ ਅਤੇ ਬੇੜੀ ਵਿੱਚ ਚੜੇ, ਪਰ ਉਸ ਰਾਤ ਉਹਨਾਂ ਕੁਝ ਨਾ ਫੜਿਆ। ਸਵੇਰਾ ਹੋ ਰਿਹਾ ਸੀ ਕਿ ਯਿਸੂ ਝੀਲ ਦੇ ਕੰਢੇ ਉੱਤੇ ਖੜੇ ਸਨ। ਅਸੀਂ ਇਸ ਆਇਤ ਵਿੱਚ ਦੇਖਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਨੇ ਪਤਰਸ ਨੂੰ ਐਜ਼ ਏ ਲੀਡਰ ਚੁਣਿਆ ਸੀਗਾ। ਉਸਨੂੰ ਕਿਹਾ ਸੀ, ਤੂੰ ਉਹ ਪਤਰਸ ਆ, ਤੂੰ ਉਹ ਚਟਾਨ ਜਿਸ ਦੇ ਉੱਪਰ ਮੈਂ ਆਪਣੀ ਕਲੀਸਿਆ ਸਾਰੂੰਗਾ। ਔਰ ਅਸੀਂ ਉਹਦੀ ਲੀਡਰਸ਼ਿਪ ਨੂੰ ਇੱਥੇ ਦੇਖਦੇ ਪਏ ਹਾਂ ਕਿ ਕਿਸ ਤਰੀਕੇ ਨਾਲ ਪਤਰਸ ਨੇ ਕਿਹਾ, ਔਰ ਸਾਰੇ ਦੇ ਸਾਰੇ ਜਿਹੜੇ ਚੇਲੇ ਹੈਗੇ ਆ, ਔਰ ਉਹ ਜਿਹੜੇ 7 ਦੇ 7 ਚੇਲੇ ਆ, ਉਹ ਤਿਆਰ ਹੋ ਗਏ ਪ੍ਰਭੂ ਉਹਦੇ ਨਾਲ ਜਾਣ ਦੇ ਲਈ। ਉਹਦੀ ਲੀਡਰਸ਼ਿਪ ਦੀ ਕੁਆਲਿਟੀ ਦੇਖਦੇ ਪਏ ਆ। ਪਰ ਇਸ ਵੇਲੇ ਜਿਹੜਾ ਲੀਡਰ ਹੈਗਾ ਉਹ ਵੀ ਡਿਸਕਰੇਜ ਆ। ਉਸਨੂੰ ਲੱਗਦਾ ਪਿਆ ਕਿ ਨਹੀਂ, ਸ਼ਾਇਦ ਜਿਸ ਕੰਮ ਦੇ ਲਈ ਪ੍ਰਭੂ ਨੇ ਚੁਣਿਆ ਉਹ ਮੇਰੇ ਵੱਸ ਦਾ ਰੋਗ ਨਹੀਂ ਹੈਗਾ। ਪਰ ਮੈਂ ਚਰਚ ਤੁਹਾਨੂੰ ਯਾਦ ਕਰਾਉਣਾ ਮੰਗਦਾ ਕਿ ਪ੍ਰਭੂ ਕਮਜ਼ੋਰਾਂ ਨੂੰ ਚੁਣਦਾ, ਉਹਨਾਂ ਨੂੰ ਤਾਕਤ ਦਿੰਦਾ। ਉਹ ਆਪਣੇ ਬਲ ਦੇ ਨਾਲ ਸਾਨੂੰ ਆਪਣੇ ਰਾਹਾਂ ਤੇ ਚਲਾਉਂਦਾ, ਆਪਣੀ ਤਾਕਤ ਦੇ ਨਾਲ ਉਹ ਆਪਾਂ ਨੂੰ ਯੂਜ਼ ਕਰਦਾ। ਔਰ ਅਸੀਂ ਦੇਖਦੇ ਹਾਂ ਕਿ ਪ੍ਰਭੂ ਨੇ ਹੀ ਚੇਲਿਆਂ ਨੂੰ ਤਾਕਤ ਦਿੱਤੀ ਆ, ਔਰ ਪ੍ਰਭੂ ਨੇ ਹੀ ਅੱਜ ਤੁਹਾਨੂੰ ਤੇ ਮੈਨੂੰ ਤਾਕਤ ਦਿੱਤੀ ਆ। ਪਰ ਅਸੀਂ ਇੱਥੇ ਪਤਰਸ ਦੀ ਲੀਡਰਸ਼ਿਪ ਵਿੱਚ ਦੇਖਦੇ ਪਏ ਹਾਂ ਕਿ ਸਾਰੇ ਉਸਦੇ ਮਗਰ ਚਲੇ ਗਏ। ਔਰ ਫਿਰ ਅਸੀਂ ਤੀਸਰੀ ਆਇਤ ਵਿੱਚ ਇਹ ਵੀ ਦੇਖਦੇ ਪਏ ਹਾਂ ਕਿ ਉਹ ਸਾਰੀ ਰਾਤ ਉਹਨਾਂ ਨੇ ਕੁਝ ਨਹੀਂ ਫੜਿਆ। ਪਹਿਲਾਂ ਵੀ ਇਸ ਤਰ੍ਹਾਂ ਹੋਇਆ ਸੀਗਾ। ਆਈ ਹੋਪ ਯੂ ਰਿਮੈਂਬਰ ਲੂਕ ਚੈਪਟਰ 5 ਦੇ ਵਿੱਚ ਕਿ ਜਦੋਂ ਸਾਰੀ ਰਾਤ ਚੇਲੇ ਮੱਛੀਆਂ ਫੜਨ ਦੀ ਕੋਸ਼ਿਸ਼ ਕਰਦੇ ਰਹੇ ਤਾਂ ਉਹਨਾਂ ਨੂੰ ਜਿਹੜੀਆਂ ਸੀ ਕੋਈ ਵੀ ਮੱਛੀ ਨਹੀਂ ਮਿਲੀ। ਔਰ ਉੱਥੇ ਵੀ ਪ੍ਰਭੂ ਨੇ ਇਹਨਾਂ ਨੂੰ ਇੰਸਟਰਕਸ਼ਨ ਦਿੱਤੀ ਸੀ, ਔਰ ਉਸ ਵੇਲੇ ਵੀ ਬਹੁਤ ਸਾਰੀਆਂ ਮੱਛੀਆਂ ਜਿਹੜੀਆਂ ਸੀਗੀਆਂ ਉਹ ਫੜੀਆਂ ਗਈਆਂ ਸੀਗੀਆਂ। ਔਰ ਅਸੀਂ ਦੇਖਦੇ ਹਾਂ ਕਿ ਉਸ ਵਾਰ ਵੀ ਰਾਤ ਸੀ, ਔਰ ਐਤਕੀ ਵੀ ਰਾਤ ਨੂੰ ਹੀ ਮੱਛੀਆਂ ਫੜਨ ਗਏ ਆ। ਔਰ ਰਾਤ ਜਿਹੜੀ ਆ, ਦੱਸਦੇ ਆ ਕਿ ਰਾਤ ਨੂੰ ਜਿਹੜੀਆਂ ਮੱਛੀਆਂ ਫੜਨੀਆਂ ਝੀਲ ਦੇ ਵਿੱਚ, ਗਲੀਲ ਦੀ ਝੀਲ ਦੇ ਵਿੱਚ ਈਜ਼ੀ ਸੀ। ਮੱਛੀਆਂ ਜਿੱਦਾਂ ਉਹਨਾਂ ਨੂੰ ਕਾਫੀ ਮਿਲ ਜਾਂਦੀਆਂ ਸੀ ਰਾਤ ਨੂੰ। ਔਰ ਦੂਸਰੀ ਚੀਜ਼ ਇਹ ਵੀ ਆ ਕਿ ਰਾਤ ਨੂੰ ਉਹ ਮੱਛੀਆਂ ਫੜ ਕੇ ਸਵੇਰ ਨੂੰ ਫਿਰ ਉਹ ਮਾਰਕੀਟ ਦੇ ਵਿੱਚ ਜਿਹੜੀਆਂ ਸੀ ਨਾ ਵੇਚਣ ਦੇ ਲਈ ਉਹ ਲੈ ਕੇ ਜਾ ਸਕਦੇ ਸੀ। ਔਰ ਅਸੀਂ ਤੀਸਰੀ ਆਇਤ ਵਿੱਚ ਇਹ ਵੀ ਦੇਖਦੇ ਪਏ ਹਾਂ ਕਿ ਚੇਲਿਆਂ ਨੇ ਜਦੋਂ ਕੁਝ ਵੀ ਨਹੀਂ ਫੜਿਆ, ਔਰ ਯਿਸੂ ਜਿਹੜੇ ਆ ਉਹ ਝੀਲ ਦੇ ਕੰਢੇ ਦੇ ਉੱਪਰ ਖੜੇ ਆ। ਪਰ ਚੌਥੀ ਆਇਤ ਵਿੱਚ ਲਿਖਿਆ ਕਿ ਪਰ ਚੇਲਿਆਂ ਨੇ ਉਹਨਾਂ ਨੂੰ ਨਾ ਪਛਾਣਿਆ, ਕਿਉਂਕਿ ਦੂਰ ਵੀ ਸੀਗੇ। ਔਰ ਪ੍ਰਭੂ ਯਿਸੂ ਮਸੀਹ ਜਿਹੜੇ ਆ, ਮੈਂ ਦੱਸਿਆ ਕਿ ਜਦੋਂ ਲਾਗੇ ਵੀ ਹੁੰਦੇ ਸੀ ਤਦ ਵੀ ਲੋਕ ਜਿਹੜੇ ਸੀ ਜਿਨ੍ਹਾਂ ਨੂੰ ਦਰਸ਼ਨ ਹੋਏ ਉਹ ਪਛਾਣ ਨਹੀਂ ਸਕਦੇ ਸੀ ਜਦ ਤੱਕ ਪ੍ਰਭੂ ਆਪਣਾ ਆਪ ਉਹਨਾਂ ਉੱਪਰ ਰਿਵੀਲ ਨਹੀਂ ਕਰਦੇ ਸੀ। ਤੇ ਅਸੀਂ ਦੇਖਦੇ ਹਾਂ ਕਿ 5ਵੀਂ ਆਇਤ ਵਿੱਚ ਅਸੀਂ ਦੇਖਦੇ ਹਾਂ ਯਿਸੂ ਨੇ ਉਹਨਾਂ ਨੂੰ ਕਿਹਾ, ਬੱਚਿਓ ਕੀ ਤੁਹਾਡੇ ਕੋਲ ਖਾਣ ਲਈ ਕੁਝ ਮੱਛੀਆਂ ਹਨ? ਉਹਨਾਂ ਨੇ ਉੱਤਰ ਦਿੱਤਾ, ਨਹੀਂ, ਸਾਡੇ ਕੋਲੇ
ਕੁਝ ਵੀ ਨਹੀਂ ਹੈ, ਕੁਝ ਵੀ ਹਾਸਲ ਨਹੀਂ ਕੀਤਾ। ਔਰ ਮੈਂ ਅੱਜ ਚਰਚ ਤੁਹਾਨੂੰ ਇਹ ਦੱਸਣਾ ਮੰਗਦਾ ਕਿ ਜਿਉਂਦਾ ਪਰਮੇਸ਼ਵਰ ਜਿਸ ਵੇਲੇ ਸਾਡੇ ਨਾਲ ਆ, ਉਸਦੇ ਕੰਮਾਂ ਨੂੰ ਕਰਨ ਦੇ ਲਈ, ਜਦੋਂ ਉਹ ਸਾਡੇ ਨਾਲ ਆ ਤਾਂ ਸਭ ਕੁਝ ਪੋਸੀਬਲ ਆ। ਅਗਰ ਉਹ ਨਾਲ ਨਹੀਂ ਤਾਂ ਕੁਝ ਵੀ ਪੋਸੀਬਲ ਨਹੀਂ। ਬੇਸ਼ੱਕ ਉਹਨਾਂ ਦਾ ਇਹ ਪੇਸ਼ਾ ਸੀ, ਬੇਸ਼ੱਕ ਉਹ ਪ੍ਰੋਫੈਸ਼ਨਲ ਸੀਗੇ, ਪਰ ਤੁਸੀਂ ਦੇਖੋ ਕਿ ਪ੍ਰਭੂ ਦੇ ਇੱਕ ਵਾਰ ਕਹਿਣ ਦੇ ਉੱਪਰ ਉਹਨਾਂ ਨੇ ਨੈਟ ਸੱਜੇ ਪਾਸੇ ਸਿੱਟਿਆ। ਸਾਰੀ ਰਾਤ ਉਹਨਾਂ ਨੇ ਟਰਾਈ ਕੀਤੀ, ਕੁਝ ਨਹੀਂ ਮਿਲਿਆ, ਔਰ ਇੱਕ ਵਾਰ ਨੈਟ ਸਿੱਟਿਆ ਔਰ ਉਹ ਨੈਟ ਦੇ ਵਿੱਚ ਇੰਨੀਆਂ ਮੱਛੀਆਂ ਆ ਗਈਆਂ ਕਿ ਉਹ ਜਿੱਦਾਂ ਉਹਨਾਂ ਨੂੰ ਖਿੱਚਣਾ ਜਿਹੜਾ ਸੀਗਾ ਉਹ ਨੈਟ ਮੁਸ਼ਕਲ ਹੋ ਗਿਆ। ਸੋ ਅਸੀਂ ਵਚਨ ਦੇ ਵਿੱਚ ਦੇਖਦੇ ਹਾਂ, ਜਦੋਂ ਪ੍ਰਭੂ ਨੇ ਉਹਨਾਂ ਨੂੰ ਪੁੱਛਿਆ ਕਿ ਉਹਨਾਂ ਨੇ ਉੱਤਰ ਦਿੱਤਾ, ਸਾਡੇ ਕੋਲੇ ਕੁਝ ਵੀ ਨਹੀਂ। ਯਿਸੂ ਨੇ ਚੇਲਿਆਂ ਨੂੰ ਕਿਹਾ, ਬੇੜੀ ਦੇ ਸੱਜੇ ਪਾਸੇ ਜਾਲ ਸੁੱਟੋ ਤਾਂ ਤੁਸੀਂ ਕੁਝ ਫੜੋਗੇ। ਉਹਨਾਂ ਨੇ ਜਾਲ ਸੁੱਟਿਆ ਤਾਂ ਉਸ ਵਿੱਚ ਬਹੁਤ ਸਾਰੀਆਂ ਮੱਛੀਆਂ ਫਸ ਗਈਆਂ, ਇੱਥੋਂ ਤੱਕ ਕਿ ਉਹ ਜਾਲ ਨੂੰ ਖਿੱਚ ਨਾ ਸਕੀ। ਔਰ ਪ੍ਰਭੂ ਸਾਨੂੰ ਇਹ ਸਭ ਨੂੰ ਯਾਦ ਕਰਾਉਣਾ ਮੰਗਦੇ ਆ ਕਿ ਡਿਵਾਈਨ ਪਾਵਰ ਜਿਹੜੀ ਆ, ਉਹ ਸਵਰਗੀ ਸ਼ਕਤੀ ਜਿਹੜੀ ਆ, ਉਹ ਪ੍ਰਭੂ ਸਾਡੇ ਨਾਲ ਆ। ਉਹ ਸਾਨੂੰ ਸਕਸੈਸ ਦਿੰਦਾ। ਜਿਸ ਵੇਲੇ ਇੱਕ ਇਨਸਾਨ ਸੁਣਦਾ ਔਰ ਆਗਿਆਕਾਰੀ ਵਿੱਚ ਜਾਂਦਾ ਤਾਂ ਫਿਰ ਉਹ ਚਮਤਕਾਰ ਦੇਖਦਾ। ਉਸ ਇਨਸਾਨ ਨੇ ਕਿਹਾ, ਈਵਨ ਦੋ ਉਹ ਜਾਣਦੇ ਨਹੀਂ ਸੀ, ਪਰ ਉਹਨਾਂ ਦੀ ਆਵਾਜ਼ ਦੇ ਵਿੱਚ ਹੀ ਉਹ ਕਸ਼ਿਸ਼ ਸੀਗੀ, ਕਮਾਂਡ ਸੀ, ਕਿ ਉਹਨਾਂ ਨੇ ਉਹ ਆਵਾਜ਼ ਨੂੰ ਸੁਣਿਆ ਔਰ ਆਗਿਆਕਾਰੀ ਕੀਤੀ, ਔਰ ਨਾਲੋਂ ਨਾਲ ਹੀ ਉਹਨਾਂ ਨੇ ਇਹ ਜਿਹੜੀ ਸੀਗੀ ਚਮਤਕਾਰ ਜਿਹੜਾ ਸੀਗਾ ਦੇਖਿਆ। ਔਰ ਇਸ ਵਚਨ ਦੇ ਵਿੱਚ ਅਸੀਂ ਇਹ ਵੀ ਦੇਖਦੇ ਹਾਂ ਕਿ ਸਾਡਾ ਖੁਦਾਵੰਦ ਜਾਣਦਾ, ਉਸ ਤੋਂ ਕੁਝ ਵੀ ਛੁਪਿਆ ਨਹੀਂ। ਸਾਰਾ ਗਲੀਲ ਜਿਹੜਾ ਸੀ, ਚੇਲਿਆਂ ਨੇ ਕੋਈ ਜਗ੍ਹਾ ਛੱਡੀ ਨਹੀਂ ਸੀ। ਸਾਰੀ ਗਲੀਲ ਦੇ ਵਿੱਚ ਉਹਨਾਂ ਨੇ ਟਰਾਈ ਕੀਤੀ, ਪਰ ਉਹਨਾਂ ਦੇ ਹੱਥ ਕੁਝ ਵੀ ਨਹੀਂ ਲੱਗਿਆ। ਪਰ ਆਪਣਾ ਜਿਹੜਾ ਪ੍ਰਭੂ ਪਰਮੇਸ਼ਵਰ ਆ ਉਹ ਜਾਣਦਾ, ਐਂਡ ਉਹ ਹੈਲਪ ਕਰਨਾ ਮੰਗਦਾ ਆਪਣੇ ਬੱਚਿਆਂ ਦੀ। ਔਰ ਜਿਸ ਤਰ੍ਹਾਂ ਉਸਨੇ ਇਹਨਾਂ ਦੀ ਹੈਲਪ ਕੀਤੀ ਔਰ ਇਹਨਾਂ ਨੇ ਉਹ ਬਹੁਤ ਸਾਰੀਆਂ ਮੱਛੀਆਂ ਹਾਸਲ ਕੀਤੀਆਂ। ਔਰ 7ਵੀਂ ਆਇਤ ਵਿੱਚ ਦੇਖਦੇ ਹਾਂ, ਫਿਰ ਉਹ ਚੇਲਾ ਜਿਸ ਨੂੰ ਯਿਸੂ ਪਿਆਰ ਕਰਦੇ ਸਨ ਪਤਰਸ ਨੂੰ ਬੋਲਿਆ, ਇਹ ਤਾਂ ਪ੍ਰਭੂ ਹਨ। ਜਦੋਂ ਪਤਰਸ ਨੇ ਸੁਣਿਆ ਕਿ ਇਹ ਪ੍ਰਭੂ ਹਨ ਤਾਂ ਉਸਨੇ ਆਪਣਾ ਪਰਨਾ ਲੱਕ ਦੁਆਲੇ ਬੰਨਿਆ, ਕਿਉਂਕਿ ਉਸਨੇ ਸਾਰੇ ਕੱਪੜੇ ਉਤਾਰ ਰੱਖੇ ਸਨ ਅਤੇ ਝੀਲ ਵਿੱਚ ਛਾਲ ਮਾਰ ਦਿੱਤੀ। ਪਰ ਦੂਜੇ ਚੇਲੇ ਬੇੜੀ ਵਿੱਚ ਹੀ ਰਹਿ ਕੇ ਮੱਛੀਆਂ ਨਾਲ ਭਰੇ ਜਾਲ ਨੂੰ ਖਿੱਚਦੇ ਰਹੇ, ਕਿਉਂਕਿ ਉਹ ਕੰਢੇ ਤੋਂ ਅਧਿਕ ਦੂਰ ਨਹੀਂ ਸਨ, ਕੇਵਲ ਕੋਈ 200 ਮੀਟਰ ਦੀ ਦੂਰੀ ਤੇ ਸਨ। ਪਰ ਇੰਨਾ ਨਜ਼ਦੀਕ ਨਹੀਂ ਸੀਗੇ ਕਿ ਪਤਰਸ ਉਦਾਂ ਹੀ ਆ ਜਾਊਗਾ। ਉਸਨੂੰ ਸਵਿਮ ਕਰਕੇ ਉਹ ਪ੍ਰਭੂ ਦੇ ਵੱਲ ਨੂੰ ਗਿਆ। ਔਰ ਅਸੀਂ ਪਤਰਸ ਦੀ ਖਾਸੀਅਤ ਔਰ ਅਸੀਂ ਯਹੂਨਾ ਦੀ ਖਾਸੀਅਤ ਇੱਥੇ ਦੇਖਦੇ ਹਾਂ ਕਿ ਜਦੋਂ ਵੀ ਇਹ ਦੋ ਚੇਲੇ ਅਸੀਂ ਦੇਖਦੇ ਹਾਂ ਕਿ ਯਹੂਨਾ ਜਿਹੜਾ ਸੀ ਕਿੰਨਾ ਗੁੱਡ ਸੀ ਅਬਜ਼ਰਵੇਸ਼ਨ ਨੂੰ। ਉਸਨੇ ਝੱਟ ਦੇਣੇ ਅਬਜ਼ਰਵ ਕਰ ਲਿਆ ਕਿ ਦੇਖੋ ਇਹ ਪ੍ਰਭੂ ਹੀ ਆ। ਉਹਨਾਂ ਨੇ ਕਿਹਾ ਤੇ ਇਹ ਉਦਾਂ ਹੀ ਹੋਇਆ। ਔਰ ਪਤਰਸ ਜਿਹੜਾ ਸੀਗਾ, ਅਸੀਂ ਦੇਖਦੇ ਹਾਂ ਕਿ ਉਹ ਐਕਸ਼ਨ ਨੂੰ ਕੁਇਕ ਐਕਟ ਜਿੱਦਾਂ ਕਰਦਾ। ਜਦੋਂ ਪ੍ਰਭੂ ਪਹਿਲਾਂ ਵੀ ਪਾਣੀ ਤੇ ਆਏ ਸੀ ਤਾਂ ਉਸੇ ਵੇਲੇ ਉਸਨੇ ਕਿਹਾ, ਮੈਂ ਤੁਹਾਡੇ ਵੱਲ ਨੂੰ ਆਵਾਂ, ਹੋਰ ਕਿਸੇ ਨੇ ਨਹੀਂ ਕਿਹਾ ਸੀ। ਤਾਂ ਪਤਰਸ ਦੀ ਅਸੀਂ ਜਿਹੜੀ ਫੁਰਤੀ ਦੇਖਦੇ ਹਾਂ ਐਕਸ਼ਨ ਦੀ, ਅੱਗੇ ਵੀ ਦੇਖਦੇ ਹਾਂ। ਤੇ ਇਹ ਦੋਨੋਂ ਚੇਲੇ ਜਿਹੜੇ ਸੀ ਨਾ, ਪ੍ਰਭੂ ਦੇ ਲਾਗੇ ਹੀ ਰਹਿੰਦੇ ਸੀ ਆਲ ਦਾ ਟਾਈਮ, ਅਸੀਂ ਦੇਖਿਆ। ਔਰ ਇਹਨਾਂ ਦੇ ਵਿੱਚ ਅਸੀਂ ਵੱਖਰੀ ਕੁਆਲਿਟੀ ਵੀ ਦੇਖਦੇ ਹਾਂ ਕਿ ਕਿਸ ਤਰ੍ਹਾਂ ਇੱਕ ਐਕਸ਼ਨ ਦੇ ਲਈ ਝੱਟ ਤਿਆਰ ਹੋ ਜਾਂਦਾ ਸੀ, ਔਰ ਦੂਸਰਾ ਜਿਹੜਾ ਸੀਗਾ ਕਿਸ ਤਰ੍ਹਾਂ ਉਹ ਅਬਜ਼ਰਵ ਕਰਦਾ ਸੀਗਾ। ਔਰ ਫਿਰ ਅਸੀਂ 9 ਤੋਂ 13 ਆਇਤ ਵਿੱਚ ਅਸੀਂ ਦੇਖਦੇ ਹਾਂ ਕਿ ਪ੍ਰਭੂ ਯਿਸੂ ਨੇ ਉਹਨਾਂ ਨੂੰ ਇਨਵੀਟੇਸ਼ਨ ਦਿੱਤਾ। ਪ੍ਰਭੂ ਨੇ ਕਿਹਾ ਸੀ, ਮੈਂ ਸੇਵਾ ਕਰਵਾਉਣ ਦੇ ਲਈ ਨਹੀਂ, ਮੈਂ ਸੇਵਾ ਕਰਨ ਦੇ ਲਈ ਆਇਆ। ਔਰ 9 ਤੋਂ 13 ਆਇਤ ਵਿੱਚ ਪ੍ਰਭੂ ਉਹਨਾਂ ਨੂੰ ਜਿਹੜਾ ਸੀ ਬ੍ਰੇਕਫਾਸਟ ਤਿਆਰ ਕਰਕੇ ਰੱਖਿਆ ਹੋਇਆ ਔਰ ਇਨਵਾਈਟ ਕਰ ਰਿਹਾ ਕਿ ਆਓ ਮੇਰੇ ਨਾਲ ਮਿਲ ਕੇ ਭੋਜਨ ਕਰੋ। ਚੇਲੇ ਥੱਕੇ ਹੋਏ ਸੀ, ਉਹਨਾਂ ਦੇ ਮਨ ਵੀ ਜਿਹੜੇ ਸੀਗੇ ਇਸ ਵੇਲੇ ਸੀਗੇ ਕਿ ਵੀ ਸਾਨੂੰ ਕੁਝ ਨਹੀਂ ਮਿਲਿਆ। ਪਰ ਜਦੋਂ ਪ੍ਰਭੂ ਨੇ ਉਹਨਾਂ ਨੂੰ ਢੇਰ ਸਾਰੀਆਂ ਮੱਛੀਆਂ ਦਿੱਤੀਆਂ ਤਾਂ ਫਿਰ ਅਸੀਂ 9ਵੀਂ ਆਇਤ ਵਿੱਚ ਦੇਖਦੇ ਹਾਂ, ਜਦੋਂ ਉਹ ਕੰਢੇ ਉੱਤੇ ਪਹੁੰਚੇ ਤਾਂ ਉਹਨਾਂ ਨੇ ਕੋਲਿਆਂ ਦੀ ਅੱਗ ਉੱਤੇ ਮੱਛੀ ਰੱਖੀ ਹੋਈ ਅਤੇ ਰੋਟੀ ਦੇਖੀ। ਯਿਸੂ ਨੇ ਉਹਨਾਂ ਨੂੰ ਆਖਿਆ, ਜਿਹੜੀਆਂ ਮੱਛੀਆਂ ਤੁਸੀਂ ਹੁਣੇ ਫੜੀਆਂ ਹਨ ਉਹਨਾਂ ਵਿੱਚੋਂ ਕੁਝ ਲਿਆਓ। ਸਿਮਿਓਨ ਨੇ ਬੇੜੀ ਵਿੱਚ ਚੜ੍ਹ ਕੇ ਵੱਡੀਆਂ ਵੱਡੀਆਂ ਮੱਛੀਆਂ ਨਾਲ ਭਰਿਆ ਹੋਇਆ ਜਾਲ, ਜਿਨ੍ਹਾਂ ਦੀ ਗਿਣਤੀ 153 ਸੀ, ਕੰਢੇ ਉੱਤੇ ਖਿੱਚ ਕੇ ਲਿਆਂਦਾ। ਇੰਨੀਆਂ ਮੱਛੀਆਂ ਹੋਣ ਦੇ ਉੱਤੇ ਵੀ ਜਾਲ ਨਾ ਫਟਿਆ। Did you notice? 6 ਚੇਲੇ ਹੋਰ ਸੀ, ਪਰ ਸਿਮਿਓਨ ਝੱਟ ਦੇਣੇ ਗਿਆ ਔਰ ਉਹ ਮੱਛੀ ਲੈ ਕੇ ਆ ਗਿਆ। ਇੱਥੋਂ ਪਤਾ ਲੱਗਦਾ ਕਿ ਉਹ ਐਕਸ਼ਨ ਕਰਨ ਨੂੰ ਕਿੰਨਾ ਕੁਇਕ ਸੀਗਾ।
ਫਰਤੀਲਾ ਸੀਗਾ, ਝੱਟ ਦੇਣੇ ਉਹ ਐਕਟ ਕਰਦਾ ਹੁੰਦਾ ਸੀਗਾ। ਔਰ ਅਸੀਂ ਇਹ ਵੀ ਦੇਖਿਆ ਕਿ ਪ੍ਰਭੂ ਯਿਸੂ ਮਸੀਹ ਨੇ ਜਦੋਂ ਉਹ ਆਏ ਤਾਂ ਅੱਗ ਦੇ ਉੱਪਰ ਇੱਕ ਮੱਛੀ ਤੇ ਜਿਹੜੀ ਸੀਗੀ ਰੋਟੀ ਜਿਹੜੀ ਸੀਗੀ ਉਹ ਰੱਖੀ ਹੋਈ ਦੇਖੀ। ਪਰ ਫਿਰ ਪ੍ਰਭੂ ਨੇ ਉਹਨਾਂ ਨੂੰ ਇਹ ਵੀ ਕਿਹਾ ਕਿ ਜਿਹੜੀਆਂ ਮੱਛੀਆਂ ਤੁਸੀਂ ਫੜ ਕੇ ਲੈ ਕੇ ਆਏ, ਉਹਨਾਂ ਨੂੰ ਇਹ ਵੀ ਦੱਸਦੇ ਪਏ ਆ ਕਿ ਵੀ ਇਹ ਤੁਸੀਂ ਫੜ ਕੇ ਲਿਆਂਦੀਆਂ। ਜਿਸ ਵੇਲੇ ਔਰਤ ਨੇ ਪ੍ਰਭੂ ਨੂੰ ਛੁਇਆ ਸੀ ਔਰ ਚੰਗੀ ਹੋ ਗਈ ਸੀ, ਉਹ ਸੋਚਦੀ ਸੀ ਕਿ ਪ੍ਰਭੂ ਦੇ ਵਿੱਚ ਸ਼ਕਤੀ ਆ, ਪ੍ਰਭੂ ਨੇ ਮੈਨੂੰ ਚੰਗਿਆ ਕੀਤਾ। ਪਰ ਪ੍ਰਭੂ ਉਸ ਔਰਤ ਨੂੰ ਕਹਿੰਦੇ ਸੀ, ਬੇਟੀ ਤੇਰੇ ਵਿਸ਼ਵਾਸ ਨੇ ਤੈਨੂੰ ਚੰਗਿਆ ਕੀਤਾ। ਇੱਥੇ ਇਹਨਾਂ ਦੀ ਆਗਿਆਕਾਰੀ ਸੀ ਜਿਸ ਦੇ ਨਾਲ ਇਹਨਾਂ ਨੂੰ ਮੱਛੀਆਂ ਮਿਲੀਆਂ ਸੀ। ਪ੍ਰਭੂ ਦੀ ਆਵਾਜ਼ ਨੂੰ ਸੁਣ ਕੇ ਜਦੋਂ ਆਗਿਆਕਾਰੀ ਦਿਖਾਈ, ਔਰ ਪ੍ਰਭੂ ਇਹਨਾਂ ਨੂੰ ਵੀ ਇਹ ਯਾਦ ਕਰਾ ਰਹੇ ਆ ਕਿ ਜਦੋਂ ਤੁਸੀਂ ਆਵਾਜ਼ ਸੁਣ ਕੇ ਆਗਿਆਕਾਰੀ ਕਰੋਗੇ, ਵਚਨ ਦੇ ਵਿੱਚ ਅਸੀਂ ਬਾਈਬਲ ਭਰੀ ਪਈ ਆ ਕਿ ਜਿੱਥੇ ਵੀ ਪ੍ਰਭੂ ਦੇ ਚੁਣੇ ਹੋਏ ਲੋਕਾਂ ਨੇ ਪ੍ਰਭੂ ਦੀ ਆਵਾਜ਼ ਨੂੰ ਸੁਣਿਆ ਔਰ ਆਗਿਆਕਾਰੀ ਕੀਤੀ ਤਾਂ ਆਸ਼ੀਸ਼ ਤੇ ਬਰਕਤ ਜਿਹੜੀ ਆ ਉਹ ਅਬੰਡੈਂਸ ਦੇ ਵਿੱਚ ਉਹ ਫਿਰ ਏਦਾਂ ਆਈ ਬਹੁਤਾਤ ਦੇ ਵਿੱਚ ਕਿ ਸੰਭਾਲਣਾ ਮੁਸ਼ਕਲ ਹੋ ਗਿਆ। ਔਰ ਇੱਥੇ ਵੀ ਅਸੀਂ ਦੇਖਦੇ ਹਾਂ ਕਿ ਪ੍ਰਭੂ ਉਹਨਾਂ ਨੂੰ ਇਹ ਯਾਦ ਕਰਾ ਰਿਹਾ ਕਿ ਵੀ ਨਹੀਂ, ਤੁਸੀਂ ਫੜ ਕੇ ਲੈ ਕੇ ਆਏ, ਤੁਸੀਂ ਜਿਹੜਾ ਇਹ ਆਗਿਆਕਾਰੀ ਦਾ ਇਹ ਜਿਹੜਾ ਫਲ ਹੈਗਾ। ਔਰ ਫਿਰ ਪ੍ਰਭੂ ਨੇ ਉਹ ਜਿਹੜਾ ਭੋਜਨ ਤਿਆਰ ਕੀਤਾ ਹੋਇਆ ਸੀਗਾ, ਔਰ ਅਸੀਂ ਦੇਖਦੇ ਹਾਂ ਕਿ ਇੱਕ ਮੱਛੀ ਤੇ ਇੱਕ ਰੋਟੀ। ਰਿਮੈਂਬਰ ਇੱਕ ਵਾਰ ਚੇਲੇ ਬਾਹਰ ਜਾ ਰਹੇ ਸੀ ਔਰ ਉਹ ਆਪਸ ਵਿੱਚ ਥੋੜੀ ਕੁਸਰ ਮੁਸਰ ਕਰ ਰਹੇ ਸੀਗੇ ਕਿ ਵੀ ਸਾਡੇ ਕੋਲੇ ਖਾਣ ਲਈ ਕੁਛ ਨਹੀਂ ਹੈਗਾ। ਪਰ ਪ੍ਰਭੂ ਨੇ ਉਹਨਾਂ ਨੂੰ ਯਾਦ ਕਰਾਇਆ ਕਿ ਤੁਹਾਨੂੰ ਉਹ ਸਮਾਂ ਭੁੱਲ ਗਿਆ ਜਦੋਂ ਮੈਂ 2 ਮੱਛੀਆਂ ਤੇ 5 ਰੋਟੀਆਂ ਨਾਲ 5000 ਨੂੰ ਖਿਲਾਇਆ। ਹੁਣ ਇੱਕ ਰੋਟੀ ਤੇ ਇੱਕ ਮੱਛੀ ਕੀ ਇਹਨਾਂ 8 ਲਈ ਇਨਾਫ ਆ? ਜੇ 2 ਮੱਛੀਆਂ ਤੇ 5 ਰੋਟੀਆਂ 5000 ਲਈ ਕਾਫੀ ਆ ਤਾਂ ਇਹ ਇਹਨਾਂ ਦੇ ਲਈ ਕੋਈ ਕਮੀ ਨਹੀਂ ਹੈਗੀ ਇਸ ਦੇ ਵਿੱਚ, ਕਿਉਂਕਿ ਪ੍ਰਭੂ ਐਸੀ ਬਰਕਤ ਪਾ ਦਿੰਦਾ, ਐਸੀ ਬਲੈਸਿੰਗ, ਐਸੀ ਬਰਕਤ ਹੁੰਦੀ ਆ। ਤੇ ਉਹਨਾਂ ਨੇ ਉਸ ਇਨਵੀਟੇਸ਼ਨ ਦੇ ਵਿੱਚ ਆਏ ਔਰ ਪ੍ਰਭੂ ਨੇ ਉਹਨਾਂ ਨੂੰ ਸਰਵ ਕੀਤਾ। ਔਰ ਅਸੀਂ ਇੱਕ ਹੋਰ ਚੀਜ਼ ਦੇਖਦੇ ਹਾਂ ਕਿ ਇਹਦੇ ਵਿੱਚ ਲਿਖਿਆ ਕਿ ਇੰਨੀਆਂ ਮੱਛੀਆਂ 153 ਮੱਛੀਆਂ ਦਾ ਬਿਆਨ ਕੀਤਾ ਗਿਆ। ਮੈਂ ਉਹਦੀ ਡਿਟੇਲ 'ਚ ਨਹੀਂ ਜਾਣਾ ਮੰਗਦਾ, ਪਰ ਇਹ ਚੀਜ਼ ਹੈਗੀ ਕਿ ਜਾਲ ਨਾ ਫਟਿਆ। ਇਹ ਰਿਪਰੈਜ਼ੈਂਟ ਕਰਦਾ ਹੈਗਾ ਕਿ ਜਾਲ ਕਿਉਂ ਨਾ ਫਟਿਆ। ਇਹ ਕਿਸ ਚੀਜ਼ ਨੂੰ ਰਿਪਰੈਜ਼ੈਂਟ ਕਰ ਰਿਹਾ ਕਿ ਪ੍ਰਭੂ ਨੇ ਇਹਨਾਂ ਨੂੰ ਕਿਹਾ ਸੀ ਕਿ ਮੈਂ ਤੁਹਾਨੂੰ ਮੱਛੀਆਂ ਨਹੀਂ ਆਦਮੀ ਫੜਨ ਵਾਲਾ ਬਣਾਵਾਂਗਾ। ਔਰ ਜਿਸ ਵੇਲੇ ਜਿਹੜਾ ਚਰਚ ਰਿਪਰੈਜ਼ੈਂਟ ਕਰਦੀ ਹੈ, ਜਿਸ ਵੇਲੇ ਪ੍ਰਭੂ ਦੇ ਵਿੱਚ ਲੋਕ ਆਉਂਦੇ ਆ ਔਰ ਪ੍ਰਭੂ ਉਹ ਦਿਖਾਉਂਦਾ, ਗਾਈਡ ਕਰਦਾ ਕਿ ਕਿੱਥੇ ਆ ਜਿੱਥੇ ਜਾ ਕੇ ਤੁਸੀਂ ਵਚਨ ਸ਼ੇਅਰ ਕਰਨਾ, ਕਿੱਥੇ ਜਾ ਕੇ ਉੱਥੇ ਮਨ ਤਿਆਰ ਹੈਗੇ ਆ। ਔਰ ਬੇਸ਼ੱਕ ਚਰਚ ਵਿੱਚ ਜਿੰਨੇ ਮਰਜ਼ੀ ਲੋਕ ਆ ਜਾਣ, ਚਰਚ ਦੀ ਜਿਹੜੀ ਕੈਪੈਸਿਟੀ ਆ ਉਹ ਕਦੇ ਵੀ ਇਹ ਨਹੀਂ ਹੈਗੀ ਕਿ ਉਹ ਭਰ ਜੂਗੀ ਔਰ ਜਗ੍ਹਾ ਨਹੀਂ ਬਚੂਗੀ। ਪ੍ਰਭੂ ਦੇ ਘਰ ਦੇ ਵਿੱਚ ਅਨਫ ਸਪੇਸ ਆ ਲੋਕਾਂ ਦੇ ਲਈ, ਉਹ ਜਦੋਂ ਜਿੰਨੇ ਮਰਜ਼ੀ ਲੋਕ ਉੱਥੇ ਜਿਹੜੇ ਹੈਗੇ ਆ ਉਹ ਆ ਸਕਦੇ ਆ। ਸੋ ਚਰਚ ਅਸੀਂ ਵਚਨ ਦੇ ਵਿੱਚੋਂ ਦੇਖਦੇ ਹਾਂ ਕਿ ਪਰਮੇਸ਼ਵਰ ਜਿਹੜਾ ਹੈਗਾ ਉਸਨੇ ਇਹਨਾਂ ਨੂੰ ਚੁਣਿਆ। ਅਗਰ ਅਸੀਂ ਵਚਨ ਦੇ ਵਿੱਚ ਧਿਆਨ ਨਾਲ ਦੇਖਦੇ ਹਾਂ ਤੇ ਪ੍ਰਭੂ ਨੇ ਸਾਰੀ ਰਾਤ ਦੁਆ ਕਰਕੇ ਇਹਨਾਂ 12 ਨੂੰ ਚੁਣਿਆ। ਔਰ ਪ੍ਰਭੂ ਨੂੰ ਆਲਰੇਡੀ ਈਚ ਡਿਸਾਈਪਲ ਦੀ ਕੁਆਲਿਟੀ ਪਤਾ, ਈਚ ਡਿਸਾਈਪਲ ਕਿੱਦਾਂ ਦਾ ਹੈਗਾ, ਸਾਰਾ ਕੁਝ ਪ੍ਰਭੂ ਨੂੰ ਪਤਾ। ਪ੍ਰਭੂ ਨੂੰ ਥੋਮਾ ਦੇ ਬਾਰੇ ਵੀ ਪਤਾ ਸੀਗਾ, ਪ੍ਰਭੂ ਨੂੰ ਫਿਲਿਪਸ ਦੇ ਬਾਰੇ ਵੀ ਪਤਾ ਸੀਗਾ, ਪ੍ਰਭੂ ਨੂੰ ਯਹੂਦਾ ਦੇ ਬਾਰੇ ਵੀ ਪਤਾ ਸੀ, ਪ੍ਰਭੂ ਨੂੰ ਪੀਟਰ ਦੇ ਬਾਰੇ ਵੀ ਪਤਾ ਸੀ, ਪ੍ਰਭੂ ਨੂੰ ਜੌਨ ਦੇ ਬਾਰੇ ਵੀ ਪਤਾ ਸੀ। ਔਰ ਪ੍ਰਭੂ ਅੱਜ ਤੁਹਾਡੇ ਸਭ ਦੇ ਬਾਰੇ ਔਰ ਮੇਰੇ ਬਾਰੇ ਵੀ ਜਾਣਦਾ। ਔਰ ਬਲੈਸਿੰਗ ਇਹ ਆ ਕਿ ਸਾਨੂੰ ਕਿਸੇ ਇਨਸਾਨ ਨੇ ਨਹੀਂ ਚੁਣਿਆ। ਸਾਨੂੰ ਚੁਣਨ ਵਾਲਾ ਕੋਈ ਸਧਾਰਨ ਇਨਸਾਨ ਨਹੀਂ ਹੈਗਾ, ਸਾਨੂੰ ਚੁਣਨ ਵਾਲਾ ਦੁਨੀਆ ਦਾ ਮਾਲਕ ਆ। ਜੌਨ ਚੈਪਟਰ 15 ਵਰਸ 16 ਚ ਪ੍ਰਭੂ ਯਿਸੂ ਮਸੀਹ ਕਹਿੰਦੇ ਆ, ਤੁਸੀਂ ਮੈਨੂੰ ਨਹੀਂ ਚੁਣਿਆ ਪਰ ਮੈਂ ਤੁਹਾਨੂੰ ਚੁਣਿਆ ਹੈ ਅਤੇ ਨਿਯੁਕਤ ਕੀਤਾ ਹੈ। ਪਰ ਮੈਂ ਹਮੇਸ਼ਾ ਤੁਹਾਨੂੰ ਔਰ ਆਪਣੇ ਆਪ ਨੂੰ ਯਾਦ ਕਰਾਉਣਾ ਕਿ ਪ੍ਰਭੂ ਨੇ ਸਿਰਫ ਸਾਨੂੰ ਹੀ ਨਹੀਂ ਚੁਣਿਆ, ਪ੍ਰਭੂ ਨੇ ਸਾਡੇ ਲਈ ਥਾਵਾਂ ਵੀ ਨਿਯੁਕਤ ਕੀਤੀਆਂ ਹੋਈਆਂ। ਚੇਲਿਆਂ ਲਈ ਵੀ ਥਾਵਾਂ ਨਿਯੁਕਤ ਸੀ। ਥੋਮਾ ਇੰਡੀਆ ਵੱਲ ਗਿਆ, ਫਿਲਿਪਸ ਸਾਮਰੀਆ ਵਿੱਚ ਗਿਆ, ਹੈਨਾ। ਪੌਲ ਜਿਹੜਾ ਸੀਗਾ ਉਹ ਗੈਰ ਕੌਮਾਂ ਵਿੱਚ ਗਿਆ, ਪਤਰਸ ਜਿਹੜਾ ਸੀ ਯਹੂਦੀਆਂ ਵਿੱਚ ਗਿਆ। ਔਰ ਅੱਜ ਪ੍ਰਭੂ ਨੇ ਸਾਨੂੰ ਇੱਥੇ ਇਕੱਠਿਆਂ ਕੀਤਾ, ਕੈਲਗਰੀ ਵਿੱਚ ਇਕੱਠਿਆਂ ਕੀਤਾ। ਸਾਡੇ ਵਿੱਚ ਜਿਹੜੇ ਭੈਣ ਭਰਾ ਇੰਗਲੈਂਡ ਬੈਠੇ ਆ, ਪ੍ਰਭੂ ਨੇ ਉਹਨਾਂ ਨੂੰ ਇੰਗਲੈਂਡ ਵਿੱਚ ਰੱਖਿਆ। ਜਿਹੜੇ ਇੰਡੀਆ ਬੈਠੇ, ਪ੍ਰਭੂ ਨੇ ਉਹਨਾਂ ਨੂੰ ਇੰਡੀਆ ਵਿੱਚ ਰੱਖਿਆ। BC ਵਾਲਿਆਂ ਨੂੰ ਉਹਨਾਂ ਨੇ BC ਵਿੱਚ ਰੱਖਿਆ। ਸੋ ਪ੍ਰਭੂ ਨੇ ਸਾਨੂੰ ਚੁਣਿਆ ਔਰ ਸਾਡੇ ਲਈ
ਥਾਵਾਂ ਵੀ ਨਿਯੁਕਤ ਕੀਤੀਆਂ। ਔਰ ਉਹ ਚੁਣਨ ਤੋਂ ਪਹਿਲਾਂ ਹੀ ਜਾਣਦਾ ਕਿ ਅਸੀਂ ਕਿੱਥੇ ਕਿੱਥੇ ਵੀਕ ਆ। ਜਿਸ ਤਰ੍ਹਾਂ ਚੇਲੇ ਵੀਕ ਸੀਗੇ, ਚੇਲੇ ਡਿਸਕਰੇਜ ਸੀਗੇ ਕਿ 3 ਸਾਲ ਅਸੀਂ ਪ੍ਰਭੂ ਦੇ ਨਾਲ ਰਹੇ ਹਾਂ, 3.5 ਸਾਲ ਪ੍ਰਭੂ ਦੇ ਵੱਡੇ ਵੱਡੇ ਕੰਮਾਂ ਨੂੰ ਦੇਖਿਆ, ਪ੍ਰਭੂ ਦੇ ਨਾਲ ਵਾਅਦੇ ਕੀਤੇ ਕਿ ਪ੍ਰਭੂ ਜੀ ਅਸੀਂ ਹਮੇਸ਼ਾ ਤੇਰੇ ਨਾਲ ਆ, ਅਸੀਂ ਸਭ ਕੁਝ ਕਰਨ ਨੂੰ ਤਿਆਰ ਆ। ਔਰ ਇਸ ਵੇਲੇ ਉਹ ਡਿਸਕਰੇਜ ਆ, ਕਿਉਂਕਿ ਇੱਕ ਸਮਾਂ ਆਇਆ ਜਦੋਂ ਉਹ ਕਮਜ਼ੋਰ ਸੀ ਔਰ ਪ੍ਰਭੂ ਨੂੰ ਛੱਡ ਕੇ ਚਲੇ ਗਏ। ਔਰ ਪ੍ਰਭੂ ਨੂੰ ਇਹ ਵੀ ਪਤਾ ਕਿ ਅੱਜ ਕਿਹੜੇ ਪ੍ਰਭੂ ਦੇ ਚੁਣੇ ਹੋਏ ਲੋਕ ਆ, ਕਦੋਂ ਉਹ ਕਮਜ਼ੋਰ ਹੋਣਗੇ। ਪ੍ਰਭੂ ਨੂੰ ਇਹ ਵੀ ਪਤਾ ਕਿ ਪ੍ਰਭੂ ਕਦੋਂ ਉਹਨਾਂ ਨੂੰ ਫਿਰ ਤਾਕਤ ਦੇ ਕੇ ਖੜਿਆ ਕਰੂਗਾ। ਔਰ ਇਹ ਵੀ ਪਤਾ ਕਿ ਉਹਨਾਂ ਦੇ ਰਾਹੀਂ ਪ੍ਰਭੂ ਨੇ ਕੀ ਕੀ ਕੰਮ ਕਰਨੇ ਆ, ਕਿਉਂਕਿ ਉਹ ਸਾਨੂੰ ਮਾਂ ਦੀ ਕੁੱਖ ਤੋਂ ਪਹਿਲਾਂ ਹੀ ਜਾਣਦਾ ਸੀਗਾ। ਉਸਦੇ ਕੋਲੇ ਸਾਡੇ ਲਈ ਉਸ ਤੋਂ ਪਹਿਲਾਂ ਹੀ ਯੋਜਨਾਵਾਂ ਸੀ ਕਿ ਅਸੀਂ ਉਸਦੇ ਲੋਕ ਆ, ਔਰ ਉਸਨੇ ਸਾਨੂੰ ਪਹਿਲਾਂ ਤੋਂ ਹੀ ਆਪਣੇ ਲਈ ਅਲੱਗ ਕੀਤਾ ਸੀ। ਪਰ ਅੱਜ ਸਾਨੂੰ ਉਹ ਸਫਲਤਾ ਦੀ ਕੁੰਜੀ ਯਾਦ ਕਰਵਾਉਂਦਾ ਜੋ ਅਸੀਂ ਇਸ ਵਚਨ ਦੇ ਵਿੱਚੋਂ ਦੇਖੀ ਆ। Listen to him and obey। ਉਸਨੇ ਇਹ ਚੀਜ਼ ਪਹਿਲਾਂ ਵੀ ਉਹਨਾਂ ਨੂੰ ਕਹੀ ਸੀਗੀ ਕਿ ਤੁਸੀਂ ਗਲੀਲ ਦੇ ਵਿੱਚ ਮੈਂ ਤੁਹਾਨੂੰ ਮਿਲਾਂਗਾ, ਪਰ ਕਦੇ ਕਦੇ ਚੇਲੇ ਮਿਸ ਕਰ ਜਾਂਦੇ, ਕਦੇ ਕਦੇ ਅਸੀਂ ਵੀ ਪ੍ਰਭੂ ਦੀਆਂ ਗੱਲਾਂ ਜਿਹੜੀਆਂ ਉਹ ਮਿਸ ਕਰ ਜਾਂਦੇ ਆ। ਪ੍ਰਭੂ ਨੇ ਜੋ ਸਾਨੂੰ ਕਿਹਾ ਅਸੀਂ ਝੱਟ ਦੇਣੇ ਸੁਣਦੇ ਆ, ਥੋੜੀ ਦੇਰ ਬਾਅਦ ਭੁੱਲ ਜਾਂਦੇ ਆ। ਪਰ ਪ੍ਰਭੂ ਸਾਨੂੰ ਯਾਦ ਕਰਾਉਂਦਾ, ਪ੍ਰਭੂ ਸਾਨੂੰ ਐਸੀਆਂ ਐਸੀਆਂ ਥਾਵਾਂ ਤੇ ਲੈ ਕੇ ਜਾਂਦਾ। ਜਿਸ ਤਰ੍ਹਾਂ ਭੈਣ ਤਰਨਜੀਤ ਨੇ ਸਾਡੇ ਨਾਲ ਕੁਝ ਹਫ਼ਤੇ ਪਹਿਲਾਂ ਸ਼ੇਅਰ ਕੀਤਾ ਸੀਗਾ ਕਿ ਹਸਪੀਟਲ ਵਿੱਚ ਐਸਾ ਮਰੀਜ਼ ਜਿਹੜਾ ਸੀਗਾ ਉਸਨੂੰ ਛੁੱਟੀ ਵੀ ਦੇ ਦਿੱਤੀ, ਪਰ ਉਸਨੂੰ ਘਰੋਂ ਵਾਪਸ ਫਿਰ ਹਸਪੀਟਲ ਚ ਲਿਆਏ। ਹਾਲਾਂਕਿ ਹਸਪੀਟਲ ਵਿੱਚ ਰੂਮ ਨਹੀਂ ਸੀ, ਪਰ ਉਸਨੂੰ ਇਹ ਪਤਾ ਸੀਗਾ ਕਿ ਪ੍ਰਭੂ ਨੇ ਉਸ ਭਰਾ ਨੂੰ ਚੁਣਿਆ ਕਿ ਪ੍ਰਭੂ ਦਾ ਉਹ ਸਭ ਸਮਾਚਾਰ ਭੈਣ ਦੇ ਰਾਹੀਂ ਸੁਣੇ ਔਰ ਵਿਸ਼ਵਾਸ ਕਰੇ। ਔਰ ਇਸੇ ਤਰ੍ਹਾਂ ਖੁਦਾਵੰਦ ਨੇ ਸਾਨੂੰ ਵੀ ਯਾਦ ਕਰਾਉਂਦਾ, ਕਿਹਦੇ ਕੋਲੇ ਲੈ ਕੇ ਆਇਆ। ਸਾਡੇ ਵਿੱਚ ਬਹੁਤ ਸਾਰੇ ਭੈਣ ਭਰਾ ਜਿਹੜੇ ਉੱਠਦੇ ਸਾਰੀ ਉੱਠ ਕੇ ਪ੍ਰਾਰਥਨਾ ਕਰਦੇ ਆ, ਪ੍ਰਭੂ ਜੀ ਅੱਜ ਤੂੰ ਮੈਨੂੰ ਦੱਸ ਮੈਂ ਕਿਸ ਦੇ ਨਾਲ ਗੱਲ ਕਰਨੀ ਆ, ਪ੍ਰਭੂ ਜੀ ਤੂੰ ਮੈਨੂੰ ਦਿਖਾ ਮੈਂ ਅੱਜ ਕਿਸ ਨੂੰ ਫੋਨ ਕਰਾਂ, ਪ੍ਰਭੂ ਜੀ ਮੈਂ ਅੱਜ ਕਿਸ ਦੇ ਨਾਲ ਤੇਰਾ ਕਲਾਮ ਤੇਰੀ ਉਮੀਦ ਜਿਹੜੀ ਆ ਉਹ ਸਾਂਝੀ ਕਰਾਂ। ਔਰ ਪ੍ਰਭੂ ਦੀਆਂ ਗੱਲਾਂ ਜਿਹੜੀਆਂ ਹੈਗੀਆਂ, ਅਗਰ ਤੁਸੀਂ ਸੋਚੋ ਕਿ ਬਈ ਬੇੜੀ ਦੇ ਸੱਜੇ ਪਾਸੇ ਕਿਹਾ, ਪਹਿਲਾਂ ਵੀ ਬੇੜੀ ਦੇ ਸੱਜੇ ਪਾਸੇ ਕਿਹਾ ਜਾਂ ਲੇਕ ਵਿੱਚ ਕਿੱਥੇ ਕਿਹਾ। ਪਿਛਲੀ ਵਾਰ ਪਤਰਸ ਕਹਿੰਦਾ ਕਿ ਪ੍ਰਭੂ ਜੀ ਅਸੀਂ ਸਾਰੇ ਕਿਤੇ ਟਰਾਈ ਕੀਤੀ ਆ, ਪਰ ਤੁਸੀਂ ਕਹਿੰਦੇ ਮੈਂ ਫਿਰ ਟਰਾਈ ਕਰ ਲੈਣਾ। ਕਾਨਾ ਦੇ ਵਿੱਚ ਜੋ ਇਨਸੀਡੈਂਟ ਹੋਇਆ, ਪ੍ਰਭੂ ਯਿਸੂ ਮਸੀਹ ਦੀ ਮਾਂ ਜਿਹੜੀ ਆ ਉਹ ਕਹਿੰਦੀ ਪਈ ਆ ਕਿ ਜਦੋਂ ਵਾਈਨ ਖਤਮ ਹੋ ਗਈ ਆ ਤੇ ਉਹ ਨੌਕਰਾਂ ਨੂੰ ਕਹਿੰਦੀ ਪਈ ਜਿਸ ਤਰ੍ਹਾਂ ਇਹ ਤੁਹਾਨੂੰ ਕਵੇ ਉਸੇ ਤਰ੍ਹਾਂ ਤੁਸੀਂ ਕਰਿਓ, ਜਿਸ ਤਰ੍ਹਾਂ ਇਹ ਤੁਹਾਨੂੰ ਕਵੇ ਉਸੇ ਤਰ੍ਹਾਂ ਤੁਸੀਂ ਕਰਿਓ। ਔਰ ਹੁਣ ਪਾਣੀ ਭਰਨ ਨੂੰ ਉਹਨਾਂ ਮੱਟਾਂ ਦੇ ਵਿੱਚ ਕਹਿ ਦਿੱਤਾ, ਤੇ ਹੁਣ ਕਿਹੜਾ ਬੰਦਾ ਜਿਹੜਾ ਕਹੂਗਾ ਜੀ ਪਾਣੀ ਦੀ ਵਾਈਨ ਇਸ ਵੇਲੇ ਇੱਕੋਦਮ ਵਧੀਆ ਬਣ ਜੂਗੀ। ਯਰੀਹੋ ਦੀਆਂ ਦੀਵਾਰਾਂ ਵੇਲੇ ਕਹਿ ਦਿੱਤਾ ਪਰਮੇਸ਼ਵਰ ਨੇ ਕਿ ਤੁਸੀਂ ਹਰ ਰੋਜ਼ ਇੱਕ ਇੱਕ ਗੇੜਾ ਲਾਇਓ, 7ਵੇਂ ਦਿਨ 7 ਗੇੜੇ ਲਾਇਓ ਤੇ ਦੀਵਾਰਾਂ ਡਿੱਗ ਪੈਣਗੀਆਂ। ਡਜ਼ ਇਟ ਮੇਕ ਸੈਂਸ ਟੂ ਅਸ? ਮੱਟਾਂ ਦੇ ਵਿੱਚ ਪਾਣੀ ਭਰਨ ਦੇ ਨਾਲ ਵਾਈਨ ਬਣ ਜੂਗੀ, ਮੇਕ ਸੈਂਸ ਟੂ ਅਸ? ਇਧਰਲੇ ਪਾਸੇ ਨੈਟ ਸੈਟ ਲੋ, ਡਜ਼ ਇਟ ਮੇਕ ਸੈਂਸ ਟੂ ਅਸ? ਬਟ ਪਰਮੇਸ਼ਵਰ ਚਾਹੁੰਦਾ ਕਿ ਜਦੋਂ ਉਹ ਸਾਨੂੰ ਕੁਝ ਕਹੇ, ਈਵਨ ਦੋ ਇਟ ਡਜ਼ਨਟ ਮੇਕ ਸੈਂਸ ਟੂ ਅਸ, ਪਰਮੇਸ਼ਵਰ ਚਾਹੁੰਦਾ ਕਿ ਅਸੀਂ ਆਗਿਆਕਾਰੀ ਕਰੀਏ। ਚਾਹੇ ਉਹ ਪਰਮੇਸ਼ਵਰ ਦਾ ਐਸਾ ਹੁਕਮ ਆ ਕਿ ਆਪਣੇ ਵੈਰੀਆਂ ਨੂੰ ਪਿਆਰ ਕਰੋ, ਚਾਹੇ ਆਪਣੇ ਸਤਾਉਣ ਵਾਲਿਆਂ ਲਈ ਦੁਆ ਕਰੋ, ਜਿਹੜਾ ਵੀ ਪਰਮੇਸ਼ਵਰ ਸਾਨੂੰ ਗੱਲ ਕਹਿੰਦਾ, ਪਰਮੇਸ਼ਵਰ ਚਾਹੁੰਦਾ ਕਿ once we not only listen but we obey, ਤਾਂ ਫਿਰ ਅਸੀਂ abundant ਦੇ ਵਿੱਚ ਬਲੈਸਿੰਗ ਦੇਖਦੇ ਹਾਂ। ਸਾਰੀਆਂ ਗੱਲਾਂ ਵਿੱਚ ਤੁਸੀਂ ਦੇਖ ਸਕਦੇ ਆ, ਕਾਨਾ ਦੇ ਵਿੱਚ ਦੇਖ ਸਕਦੇ ਆ, ਯਰੀਹੋ ਦੇ ਵਿੱਚ ਦੇਖ ਸਕਦੇ ਆ, ਤੁਸੀਂ ਇੱਥੇ ਵੀ ਦੇਖ ਸਕਦੇ ਆ ਚੇਲਿਆਂ ਦੀ। ਪਰ ਜਿਹੜੀ ਕੀ ਹੈਗੀ ਆ, ਉਹ ਪਰਮੇਸ਼ਵਰ ਆਪਣੇ ਚੁਣੇ ਹੋਏ ਲੋਕਾਂ ਨੂੰ ਇੱਕ ਚੀਜ਼ ਯਾਦ ਕਰਾਉਂਦਾ ਕਿ ਮੈਂ ਜਿਉਂਦਾ, ਮੈਂ ਤੁਹਾਡੇ ਨਾਲ ਆ, ਮੈਂ ਹਰ ਸਮੇਂ ਤੁਹਾਨੂੰ ਗਾਈਡ ਕਰਨ ਨੂੰ ਤਿਆਰ ਆ। ਪਰ ਸ਼ਰਤ ਇਹ ਆ ਕਿ ਕੀ ਤੁਸੀਂ ਸੁਣਨ ਨੂੰ ਤਿਆਰ ਹੋ? ਜੇ ਤੁਸੀਂ ਸੁਣਦੇ ਆ ਤਾਂ ਕੀ ਤੁਸੀਂ ਆਗਿਆਕਾਰੀ ਵਿੱਚ ਅੱਗੇ ਵਧਦੇ ਆ ਕਿ ਨਹੀਂ ਵਧਦੇ? ਜਿਸ ਵੇਲੇ ਸੈਮੂਅਲ ਨਬੀ ਨੇ ਉਹਨੂੰ ਸਾਊਲ ਨੂੰ ਆਖਿਆ ਇਹ ਵੀ ਪਰਮੇਸ਼ਵਰ ਬਲੀਆਂ ਨਹੀਂ ਆਗਿਆਕਾਰੀ ਤੋਂ ਖੁਸ਼ ਹੁੰਦਾ।
ਪਰਮੇਸ਼ਵਰ ਨੇ ਸੈਮੂਅਲ ਉਹਨੂੰ ਸਾਊਲ ਰਾਜੇ ਨੂੰ ਕਿਹਾ ਸੀਗਾ ਕਿ ਤੂੰ ਜਿਹੜੀ ਵੀ ਚੀਜ਼ ਰਾਜੇ ਦੀ ਉੱਥੋਂ ਕੁਛ ਨਹੀਂ ਲੈ ਕੇ ਆਉਣਾ, ਸਭ ਕੁਛ ਨਾਸ਼ ਕਰ ਦੇਣਾ। ਪਰ ਉਸਨੇ ਪਰਮੇਸ਼ਵਰ ਦੀ ਆਗਿਆਕਾਰੀ ਨਹੀਂ ਕੀਤੀ। ਸੋਹਣੀਆਂ ਸੋਹਣੀਆਂ ਚੀਜ਼ਾਂ ਪਰਮੇਸ਼ਵਰ ਲਈ ਲਿਆਂਦੀਆਂ ਬਲੀ ਦੇਣ ਲਈ। ਪਰਮੇਸ਼ਵਰ ਕਹਿੰਦਾ ਮੈਂ ਬਲੀ ਤੋਂ ਨਹੀਂ, ਮੈਂ ਆਗਿਆਕਾਰੀ ਤੋਂ ਖੁਸ਼ ਹਾਂ। ਔਰ ਅੱਜ ਅਸੀਂ ਪਰਮੇਸ਼ਵਰ ਦੇ ਚੁਣੇ ਹੋਏ ਬੱਚੇ, ਸਾਨੂੰ ਪਰਮੇਸ਼ਵਰ ਯਾਦ ਕਰਾਉਂਦਾ ਕਿ we are so special, we are so special, he called us। ਉਹਨੇ ਸਾਡਾ ਨਾਮ ਲੈ ਕੇ ਸਾਨੂੰ ਕੱਲੇ ਕੱਲੇ ਨੂੰ ਪੁਕਾਰਿਆ ਕਿ ਬੇਟਾ ਤੂੰ ਮੇਰਾ, ਬੇਟੀ ਤੂੰ ਮੇਰੀ ਆ। ਔਰ ਉਸਨੇ ਸਾਨੂੰ ਸਪੈਸ਼ਲ ਗਿਫਟ ਦਿੱਤੇ, ਸਪੈਸ਼ਲ ਟੈਲੈਂਟ ਦਿੱਤੇ ਆ। ਔਰ ਫਿਰ ਉਸਨੇ ਇਹ ਵੀ ਸਾਨੂੰ ਯਾਦ ਕਰਾਇਆ ਕਿ ਦੁਨੀਆ ਦੇ ਅੰਤ ਤੱਕ ਉਹ ਸਾਡੇ ਨਾਲ ਆ। ਔਰ ਫਿਰ ਅਸੀਂ ਇਹ ਵੀ ਦੇਖਦੇ ਹਾਂ ਕਿ ਵਿਦਆਊਟ ਹਿਸ ਗਾਈਡੈਂਸ देयर विल बी नो सक्सेस। उसकी गाइडेंस तो बगैर कोई सक्सेस ही नहीं। एंड ही इज देयर टू गाइड अस। ਤੁਸੀਂ ਝੱਟ ਦੇ ਨੇ ਆਪਣਾ ਬਚਨ ਹੱਥ 'ਚ ਫੜੋ, ਯਿਸੂ ਤੁਹਾਡੇ ਨਾਲ ਬੋਲਦਾ ਪਿਆ। ਉਹ ਸ਼ਬਦ ਜਿਹੜਾ ਹੈਗਾ ਬਾਈਬਲ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਕਰਦਾ ਪਿਆ। ਐਸੀ ਕਿਹੜੀ ਤੁਹਾਡੀ ਸਿਚੁਏਸ਼ਨ ਹੈ, ਐਸੀ ਕਿਹੜੀ ਮੇਰੀ ਸਿਚੁਏਸ਼ਨ ਆ ਜਿਸ ਦੇ ਵਿੱਚ ਮੈਂ ਪ੍ਰਭੂ ਨੂੰ ਪੁਕਾਰਾਂ ਔਰ ਪ੍ਰਭੂ ਮੈਨੂੰ ਗਾਈਡ ਨਾ ਕਰੇ। ਪਰ ਹੀ ਵਾਂਟ obedience। Are you obedient to God? ਕਿ ਅੱਜ ਤੁਸੀਂ ਪ੍ਰਭੂ ਦੀ ਆਵਾਜ਼ ਜੋ ਸੁਣਦੇ ਪਏ ਆ, ਆਗਿਆਕਾਰੀ ਵਿੱਚ ਵੱਧਦੇ ਪਏ ਆ। ਕਿ ਅੱਜ ਪ੍ਰਭੂ ਜੋ ਤੁਹਾਡੇ ਨਾਲ ਗੱਲਬਾਤ ਕਰ ਰਿਹਾ, ਅਗਰ ਤੁਸੀਂ ਆਗਿਆਕਾਰੀ ਵਿੱਚ ਵੱਧ ਰਹੇ ਹੋ ਤਾਂ ਤੁਸੀਂ ਉਸਦੀ obedience ਨੂੰ, ਤੁਸੀਂ ਉਸਦੀ abundant blessing ਨੂੰ ਵੀ ਮਹਿਸੂਸ ਕਰ ਰਹੇ ਆ। ਪਰ ਅਗਰ ਅੱਜ ਤੁਸੀਂ ਆਪਣਾ ਮਨ ਸਖਤ ਕਰ ਰੱਖਿਆ ਤਾਂ ਉਹ ਜਿਹੜੀ ਬਲੈਸਿੰਗ ਆ ਉਹ ਰੁਕੀ ਹੋਈ ਆ। ਆਪਣੇ ਮਨਾਂ ਨੂੰ 2 ਮਿੰਟ ਪ੍ਰਭੂ ਦੇ ਅੱਗੇ ਲੈ ਕੇ ਜਾਈਏ, ਦੁਆ ਕਰੀਏ ਕਿ ਖੁਦਾਵੰਦ ਮਿੰਨੀ ਜੀ ਆਵਾਜ਼ ਦੇ ਨਾਲ ਮੇਰੇ ਨਾਲ ਗੱਲਬਾਤ ਕਰ। ਪ੍ਰਭੂ ਅੱਜ ਮੇਰੇ ਨਾਲ ਬੋਲ, ਮੈਨੂੰ ਗਾਈਡ ਕਰ ਕਿ ਖੁਦਾਵੰਦ ਤੇਰਾ ਉਹ ਆਦੇਸ਼ ਜਿਸ ਦੇ ਲਈ ਤੂੰ ਸਾਨੂੰ ਚੁਣਿਆ ਉਹ ਸਾਡੇ ਜੀਵਨਾਂ ਵਿੱਚ ਪੂਰਾ ਹੋਵੇ। ਖੁਦਾਵੰਦ ਅਸੀਂ ਤੇਰੀ ਆਵਾਜ਼ ਨੂੰ ਸੁਣ ਕੇ ਉਸ ਦੇ ਉੱਪਰ ਚੱਲਣ ਵਾਲੇ ਲੋਕ ਹੋਈਏ। ਖੁਦਾਵੰਦ ਤੇਰੇ ਕਲਾਮ ਦੇ ਵਿੱਚ ਸਾਨੂੰ ਪਤਾ ਲੱਗਦਾ ਤੂੰ ਜਿਉਂਦਾ ਖੁਦਾ। ਤੂੰ ਆਖਿਆ ਕਿ ਦੁਨੀਆ ਦੇ ਅੰਤ ਤੱਕ ਤੂੰ ਸਾਡੇ ਨਾਲ ਔਰ ਤੇਰਾ ਹਰ ਇੱਕ ਵਾਅਦਾ ਸੱਚਾ। ਔਰ ਤੂੰ ਆਖਿਆ ਕਿ ਤੁਸੀਂ ਮੈਨੂੰ ਪੁਕਾਰੋ ਤਾਂ ਮੈਂ ਤੁਹਾਨੂੰ ਉੱਤਰ ਦੇਵਾਂਗਾ। ਤਾਂ ਪ੍ਰਭੂ ਜੀ ਅੱਜ ਅਸੀਂ ਸਾਰੇ ਦੁਆ ਕਰਦੇ ਹਾਂ ਕਿ ਖੁਦਾਵੰਦ ਨਾ ਸਿਰਫ ਤੂੰ ਸਾਡੇ ਨਾਲ ਬੋਲ ਪਰ ਆਗਿਆਕਾਰੀ ਵਾਲਾ ਦਿਲ ਵੀ ਦੇ ਕਿ ਅਸੀਂ ਉਹ ਲੋਕ ਹੋਈਏ ਜੋ ਤੇਰੇ ਕਲਾਮ ਨੂੰ ਸੁਣਨ ਵਾਲੇ ਨਹੀਂ, ਸਮਝਣ ਵਾਲੇ ਨਹੀਂ, ਪਰ ਚੱਲਣ ਵਾਲੇ ਬਣੀਏ। ਔਰ ਸਾਡੇ ਜੀਵਨਾਂ ਦੇ ਰਾਹੀਂ ਪ੍ਰਭੂ ਜੀ ਰਾਜ ਦੇ ਵਿੱਚ ਤੇਰੀ ਕਿੰਗਡਮ ਦੇ ਵਿੱਚ ਬਰਕਤ ਆਵੇ। ਬਹੁਤੇ ਆ ਪ੍ਰਭੂ ਜੀ ਜੋ ਹਜੇ ਤੈਨੂੰ ਨਹੀਂ ਜਾਣਦੇ। ਖੁਦਾਵੰਦ ਤੂੰ ਸਾਡੇ ਮੂੰਹਾਂ ਨੂੰ ਖੋਲ। ਜਿੱਥੇ ਜਿੱਥੇ ਪ੍ਰਭੂ ਜੀ ਤੂੰ ਸਾਨੂੰ ਰੱਖਿਆ ਕੰਮਾਂ ਦੇ ਉੱਪਰ, ਖੁਦਾਵੰਦ ਅੱਜ ਸਾਡੇ ਭਰਾ ਪ੍ਰਤਾਪ ਨੇ ਯਾਦ ਕਰਾਇਆ ਕਿ ਜਿੱਥੇ ਤੂੰ ਆ ਉਹ ਥਾਂ ਪਵਿੱਤਰ ਆ, ਉੱਥੇ ਤੇਰੀ ਹਜ਼ੂਰੀ ਹੈ ਔਰ ਤੂੰ ਸਾਡੇ ਅੰਦਰ ਆ। ਖੁਦਾਵੰਦ ਤਾਂ ਪ੍ਰਭੂ ਜੀ ਤੂੰ ਸਾਨੂੰ ਲੈ ਤੇ ਯੂਜ਼ ਕਰ ਕਿ ਖੁਦਾਵੰਦ ਬਹੁਤੇ ਇਸ ਵੇਲੇ ਭੈਣ ਭਰਾ ਜੋ ਬੇਉਮੀਦੇ ਆ ਉਹਨਾਂ ਕੋਲੇ ਤੇਰੀ ਇਹ ਉਮੀਦ ਚਲੀ ਜਾਵੇ। ਤੁਹਾਡੇ ਮਿੱਠੇ ਪਿਆਰੇ ਨਾਮ ਦੇ ਵਿੱਚ ਯਿਸੂ ਨਾਮ ਚ ਮੰਗਦੇ ਹਾਂ। ਸਾਡੀ ਦੁਆ ਨੂੰ ਸੁਣੋ ਤੇ ਕਬੂਲ ਕਰੋ। ਆਮੀਨ। God bless you all. Thank you, Pastor Ji, for reminding us and also telling us कि खुदावंद साडी सारी सिचुएशन तो वाकिफ है और वो जिंदा हैगा